वाहिगुरु जी का खालसा वाहिगुरु जी की फतेह। गुरु प्यारी गुरु सवारी साध संगत आप जुड़ चुके हो इस ऑनलाइन गुरमत क्लास विच, जिस विच आपां धन श्री गुरु अर्जन देव महाराज जी की पावन बाणी श्री सुखमनी साहब की संथਿਆ ते विचार आरंभ की सी। सतगुरां दी दया सदका आपां 10वीं अष्टपदी की संथਿਆ जिहड़ी है वो कल की शुरू की है। पहले 4 पदे आपां संथਿਆ भी कर चुके हैं ते विचार चुके हैं। अज आपां इस अष्टपदी का जिहड़ा 5वां पदा है उत्थों आरंभ करना है। सो आप जिन्ने भी जुड़ चुके हो सब संगत का बहुत बहुत धन्यवाद। जो जिथे आप जी जुड़ते उत्थे इन्हां क्लासां दे विच होरनां नूं भी जुड़न वास्ते प्रेरणा करिया करो, क्योंकि सतगुरां दा उपदेश है। बाणी असीं पढ़ते जरूर हैं पर विचारन वाली गल जदों आउंदी है उदों ध्यान नहीं लगता। पर जदों किसी दे कोलों अर्थ सुने होण ते उदों अपने आप ही ध्यान जिहड़ा उन्हां अर्थां वल चला जांदा। पढ़न दे नाल भी उन्ने अर्थ क्लीयर नहीं हुंदे जिन्ने असीं सुन के अर्थ क्लीयर कर लैंदे, क्योंकि सुनी हुई गल जिहड़ी आ बंदे नूं वध याद रहिंदी है। इस करके जिथे आप जुड़ते हो प्रेरते हो उत्थे दूसरिਆਂ ਨੂੰ भी प्रेरणा जरूर करिया करो इन्हां क्लासां विच जुड़न दी, क्योंकि उपराला तुहाडे वास्ते कीता गया है ऑनलाइन क्लासां दा। इस करके बड़ा जरूरी है कि इन्हां विच जुड़ के हर सिख नूं लाहा लैना चाहिदा है। सो साध संगत आओ धन श्री गुरु अर्जन देव महाराज सच्चे पातशाह जी का ध्यान धरिए ਅਤੇ इस पावन बाणी का ये जिहड़ा पता है आपां आरंभ करिए। सतगुरु गुरु अर्जन देव महाराज सच्चे पातशाह जी इस 10वीं अष्टपदी च करोड़ां की गल करके कई करोड़ां की गल करके कह रहे हैं कि परमेश्वर ने ऐसी दुनिया साजी है कि भाई जिहदे विच करोड़ां ही लखां ही ऐसे मनुख हैं, ऐसे वस्तुआं हैं जिन्हां दा बयान नहीं किया जा सकता, जिन्हां नूं सिर्फ वो परमेश्वर ही जानता है। उन्हां दे बारे गल जिहड़ी है इस अष्टपदी दे विच गुरु साहब धन श्री गुरु अर्जन देव जी कर रहे हैं। अज सतगुरु बख्शिश करते ने, कई कोट पाताल के वासी, कई कोट नरक सुरग निवासी, करोड़ां ही जीव हैं ਜਿਹੜੇ ਪਤਾਲ 'ਚ ਵਸਦੇ ਹਨ, ਧਰਤੀ 'ਚ ਵਸਦੇ ਹਨ, ਧਰਤੀ ਦੇ ਵਿੱਚ ਵਸਦੇ ਹਨ, ਤੇ ਕਰੋੜਾਂ ਹੀ ਜੀਵ ਹਨ ਜਿਹੜੇ ਨਰਕਾਂ 'ਚ ਜਾ ਰਹੇ ਆ ਤੇ ਸਵਰਗਾਂ 'ਚ ਜਾ ਰਹੇ। ਨਰਕ ਸੁਰਗ ਨਿਵਾਸੀ ਕਰੋੜਾਂ ਹੀ ਹਨ ਜਿਹੜੇ ਨਰਕਾਂ ਦੇ ਵਿੱਚ ਨਿਵਾਸ ਕਰ ਰਹੇ ਆ, ਜਿਨ੍ਹਾਂ ਨੂੰ ਨਰਕ ਪ੍ਰਾਪਤ ਹੋਏ ਆ, ਉੱਥੇ ਦੁੱਖ ਭੋਗ ਰਹੇ ਆ, ਤੇ ਕਰੋੜਾਂ ਹੀ ਐਸੇ ਹਨ ਜਿਹੜੇ ਸਵਰਗਾਂ ਦੇ ਵਿੱਚ ਸੁੱਖ ਭੋਗ ਰਹੇ। ਕਰੋੜਾਂ ਹੀ ਜੀਵ ਹਨ ਜਿਹੜੇ ਸੰਸਾਰ ਦੇ ਵਿੱਚ ਵੀ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਹਨ, ਤੇ ਕਰੋੜਾਂ ਹੀ ਐਸੇ ਹਨ ਜਿਹੜੇ ਸੰਸਾਰ ਦੇ ਵਿੱਚ ਹੀ ਸਵਰਗ ਵਰਗੀ ਜ਼ਿੰਦਗੀ ਬਤੀਤ ਕਰਦੇ ਆ, ਬੜੇ ਸੁਖੀ ਹਨ। ਕਈ ਕੋਟ ਨਰਕ ਸੁਰਗ ਨਿਵਾਸੀ, ਇਹਦੇ ਵੀ ਅਰਥ ਸਾਧ ਸੰਗਤ ਕੀਤੇ ਜਾਂਦੇ ਹਨ ਕਿ ਕਈ ਐਸੇ ਜੀਵ ਹਨ ਜਿਹੜੇ ਆਪਣੇ ਮਾਨਸਿਕ ਤੌਰ ਦੇ ਉੱਤੇ ਨਰਕ ਭੋਗ ਰਹੇ ਹਨ, ਕਿਉਂਕਿ ਨਰਕ ਸਵਰਗ ਜਿਹੜਾ ਹੈ ਉਹ ਸਾਡੀ ਮਾਨਸਿਕਤਾ 'ਤੇ ਵੀ ਡਿਪੈਂਡ ਕਰਦਾ ਹੈ, ਸਾਡੇ ਆਪਣੇ ਉੱਤੇ ਵੀ ਡਿਪੈਂਡ ਕਰਦਾ ਹੈ। ਜੇ ਸਾਡੇ ਅੰਦਰ ਚੰਗੇ ਵਿਚਾਰ ਹਨ ਤੇ ਅਸੀਂ ਸਵਰਗ ਦੇ ਵਿੱਚ ਹਾਂ, ਜੇ ਸਾਡੇ ਅੰਦਰ ਮਾੜੇ ਵਿਚਾਰ ਹੈ ਤੇ ਅਸੀਂ ਨਰਕ ਦੇ ਵਿੱਚ ਹਾਂ। ਇਸੇ ਕਰਕੇ ਆਪਾਂ ਇਹ ਵੀ ਅਰਥ ਕਰ ਸਕਦੇ ਹਾਂ ਕਿ ਕਈ ਕਰੋੜਾਂ ਹੀ ਜਿਹੜੇ ਆ ਜੀਵ ਉਹ ਨਰਕ ਦੇ ਵਿੱਚ ਨਿਵਾਸ ਕਰਦੇ ਆ ਆਪਣੇ ਮਨ ਕਰਕੇ, ਜਿਨ੍ਹਾਂ ਦੇ ਅੰਦਰ ਵਿਕਾਰ ਆ, ਤੇ ਕਈ ਸਵਰਗਾਂ 'ਚ ਵਾਸ ਕਰਦੇ ਆ ਜਿਨ੍ਹਾਂ ਦੇ ਅੰਦਰ ਸੁੱਖ ਆ, ਆਨੰਦ ਆ, ਉਹ ਸਵਰਗਾਂ 'ਚ ਨਿਵਾਸ ਕਰਦੇ। ਜਿਨ੍ਹਾਂ ਨੂੰ ਚਿੰਤਾ ਝੋਰੇ ਲੱਗੇ ਉਹ ਨਰਕਾਂ ਦੇ ਨਿਵਾਸੀ ਆ, ਜਿਹੜੇ ਆਨੰਦ ਲੈ ਰਹੇ ਆ, ਬਾਣੀ ਪੜ੍ਹਦੇ, ਸਿਮਰਨ ਕਰਦੇ, ਭਜਨ ਬੰਦਗੀ ਕਰਦੇ, ਸਵਰਗਾਂ 'ਚ ਨਿਵਾਸੀ। ਤੇ ਇਹਦੇ ਨਾਲ ਹੀ ਇਹਦਾ ਭਾਵ ਇਹ ਨਹੀਂ ਕਿ ਨਰਕ ਸਵਰਗ ਨਹੀਂ ਹੁੰਦੇ, ਕਈ ਕੋਟ ਨਰਕ ਸੁਰਗ ਨਿਵਾਸੀ, ਤੇ ਕਰੋੜਾਂ ਹੀ ਜੀਵ ਇਸ ਸੰਸਾਰ ਤੋਂ ਜਾਂਦੇ ਆ ਤੇ ਨਰਕਾਂ ਦੇ ਵਿੱਚ ਦੁੱਖ ਭੋਗ ਰਹੇ ਆ, ਤੇ ਕਰੋੜਾਂ ਹੀ ਐਸੇ ਜੀਵ ਹਨ ਜਿਹੜੇ ਇੱਥੋਂ ਜਾ ਕੇ ਸਵਰਗਾਂ ਦੇ ਨਿਵਾਸੀ ਹੋ ਕੇ ਬੈਠੇ ਆ, ਸਵਰਗਾਂ ਦੀਆਂ ਪਦਵੀਆਂ ਤੇ ਜਿਹੜੇ ਬੈਠੇ, ਤੇ ਕਰੋੜਾਂ ਹੀ ਜੀਵ ਜਿਹੜੇ ਪਾਤਾਲ 'ਚ ਵਸਦੇ, ਹੇਠਾਂ ਪਾਤਾਲ ਦੇ ਵਿੱਚ। ਜਿਵੇਂ ਸਾਧ ਸੰਗਤ ਬਲ ਰਾਜੇ ਦਾ ਆਉਂਦਾ ਹੈ ਨਾ, ਬਲ ਰਾਜਾ, ਪਰਮੇਸ਼ਰ ਨੇ ਇਹਨੂੰ ਜਿਹੜਾ ਸੀ ਪਤਾਲ ਦਾ ਰਾਜਾ ਬਣਾਤਾ ਹੈ, ਬਲ ਰਾਜੇ ਨੂੰ।
ਜਦੋਂ ਕਰੋ 28 ਧਰਤੀ ਮੰਗੀ 52 ਰੂਪ ਬਹਾਨੇ, ਬਹਾਨਾ ਬਣਾ ਕੇ ਪਰਮੇਸ਼ਰ ਨੇ ਇਹਦੇ ਕੋਲੋਂ ਕਿਹਾ ਸੀ ਕਿ ਮੈਨੂੰ ਧਰਤੀ ਚਾਹੀਦੀ ਹੈ 2.5 ਕਦਮ। ਤੇ ਇਹ ਪਹਿਲੋਂ ਜੱਗ ਕੀਤਾ ਸੀ, ਬੜਾ ਹੰਕਾਰੀ ਸੀ, ਮੈਨੂੰ ਇੰਦਰ ਦੀ ਪਦਵੀ ਪ੍ਰਾਪਤ ਹੋ ਜਾਏ। ਪਰਮੇਸ਼ਰ ਨੇ ਛੋਟਾ ਜਿਹਾ ਬੌਣੀ ਦਾ ਰੂਪ ਬਣਾ ਕੇ ਪੰਡਤ, ਬੌਣਾ ਜਿਹਾ ਪੰਡਤ ਬਣ ਕੇ ਆਇਆ ਇਹਦੇ ਕੋਲ। ਕਹਿੰਦਾ ਰਾਜਨ ਮੈਨੂੰ 2.5 ਕਦਮ ਜਿਹੜੀ ਹੈ ਧਰਤੀ ਚਾਹੀਦੀ ਤੇਰੇ ਕੋਲੋਂ। ਰਾਜਾ ਕਹਿੰਦਾ ਲੈ 2.5 ਕਦਮ ਦੀ ਕਿਹੜੀ ਗੱਲ, ਨਿਕਾ ਜਿਹਾ ਹੈਗਾ, 2.5 ਕਦਮ ਝੱਟ ਮਿਲ ਲੈਣੇ। ਤੇ ਇਹਨੇ ਕਿਹਾ ਠੀਕ ਹੈ ਜੀ, ਤੁਸੀਂ 2.5 ਕਦਮ ਜ਼ਮੀਨ ਮੇਰੇ ਰਾਜ ਦੇ ਵਿੱਚ ਲੈ ਸਕਦੇ ਹੋ, ਬਲ ਰਾਜੇ ਨੇ ਆਖਿਆ। ਤੇ ਜਦੋਂ ਇੰਨੀ ਗੱਲ ਕਹੀ ਤੇ ਉਹ ਪਰਮੇਸ਼ਰ ਸੀ, ਉਹਨੇ ਵੱਡਾ ਸਾਰਾ ਆਪਣਾ ਰੂਪ ਬਣਾਇਆ। 2 ਚਰਨ ਉਹਨੇ ਦੋ ਚਰਨਾਂ ਦੇ ਵਿੱਚ ਸਾਰੀ ਧਰਤੀ ਮੱਲ ਲਈ, ਸਾਰੇ ਬ੍ਰਹਿਮੰਡ ਮੱਲ ਲਏ। ਹੰਕਾਰ ਰਾਜੇ ਦਾ ਦੂਰ ਹੋਇਆ। ਤੇ ਰਾਜੇ ਨੇ ਕਿਹਾ ਕਿ ਪਰਮੇਸ਼ਰ ਨੇ ਕਿਹਾ ਭਾਈ ਹੁਣ ਮੈਂ ਆਪਣਾ ਅਗਲਾ ਪੈਰ ਜਿਹੜਾ ਉਹ ਕਿੱਥੇ ਰੱਖਾਂ। ਕਹਿੰਦਾ ਜੀ ਬਾਕੀ ਪੈਰ ਤੁਸੀਂ ਮੇਰੇ ਸੀਸ ਤੇ ਰੱਖ ਦਿਓ, ਮੇਰੇ ਸਿਰ ਤੇ ਰੱਖ ਦਿਓ। ਪਰਮੇਸ਼ਰ ਨੇ ਸਿਰ ਤੇ ਪੈਰ ਰੱਖਿਆ ਤੇ ਇਹਨੂੰ ਪਤਾਲ ਦੇ ਵਿੱਚ ਹੀ ਧੱਕ ਦਿੱਤਾ। ਉੱਥੋਂ ਦਾ ਫਿਰ ਇਹਨੂੰ ਰਾਜਾ ਬਣਾ ਦਿੱਤਾ। ਪਤਾਲ ਦੇ ਵਿੱਚ ਵੀ ਕਹਿੰਦੇ ਕਿੰਨੀ ਕੁ ਜੀਵਨ ਹੈ, ਉੱਥੇ ਵੀ ਲੋਕ ਵੱਸਦੇ ਆ। ਤੇ ਉਸ ਪਤਾਲ ਦੇ ਵਿੱਚ ਪਰਮੇਸ਼ਰ ਨੇ ਇਹਨੂੰ ਬਲ ਰਾਜੇ ਨੇ ਉੱਥੋਂ ਦਾ ਅਧਿਕਾਰੀ ਬਣਾਇਆ। ਗੁਣ ਗਾਵੈ ਬਲ ਰਾਓ ਸਪਤ ਪਾਤਾਲ ਬਸੰਤ, ਜੋ ਸਤਿਗੁਰੂ ਗੁਰਬਾਣੀ ਦਾ ਸਵਈਏ ਮਹੱਲੇ ਪਹਿਲੇ ਦੇ ਅੰਦਰ ਲਿਖਿਆ ਕਿ ਜਿਹੜਾ ਬਲ ਰਾਜਾ ਵੀ ਪਰਮੇਸ਼ਰ ਦੇ ਗੁਣ ਗਾਉਂਦਾ, ਜਿਹੜਾ ਪਤਾਲ ਦੇ ਵਿੱਚ ਵੱਸਦਾ। ਸਪਤ ਪਤਾਲ ਬਸੰਤ, ਜਿਹੜਾ 7 ਪਤਾਲਾਂ ਦੇ ਹੇਠਾਂ ਵੱਸਦਾ। ਸੋ ਇਸ ਤਰ੍ਹਾਂ ਸਾਧ ਸੰਗਤ ਕਈ ਕੋਟ ਪਾਤਾਲ ਕੇ ਵਾਸੀ ਦੇ ਅਰਥ ਇਹ ਵੀ ਹੁੰਦੇ ਆ ਕਿ ਕਰੋੜਾਂ ਜੀਵ ਹੈ ਜਿਹੜੇ ਖੁੱਡਾਂ ਪੁੱਟ ਕੇ, ਜਿਵੇਂ ਸੱਪ ਚੂਹੇ ਆਦਿ ਜਿਹੜੇ ਆ ਪਤਾਲ 'ਚ ਰਹਿੰਦੇ ਆ, ਧਰਤੀ 'ਚ ਰਹਿੰਦੇ, ਅੰਦਰ ਠੰਡੀ ਜਗ੍ਹਾ ਹੁੰਦੀ ਹੈ ਉੱਥੇ ਵੜ ਕੇ ਰਹਿੰਦੇ ਆ। ਸਭ ਕਈ ਕੋਟ ਪਾਤਾਲ ਕੇ ਵਾਸੀ। ਕਈ ਜੀਵ ਹਨ ਜਿਹੜੇ ਇਸ ਤਰ੍ਹਾਂ ਪਤਾਲ ਦੇ ਵਿੱਚ, ਮਿੱਟੀ ਦੇ ਵਿੱਚ ਹੇਠਾਂ ਮਿੱਟੀ ਦੇ ਅੰਦਰ ਰੁੱਡਾਂ ਪੁੱਟ ਕੇ ਰਹਿੰਦੇ ਆ। ਸਿਮਕ ਆਦਿਕ ਪਤਾ ਨਹੀਂ ਕਿੰਨੇ ਕੁ ਜੀਵ ਐਸੇ ਨਿੱਕੇ ਨਿੱਕੇ ਕੀੜੇ ਆਦਿਕ ਜਿੰਨੇ ਵੀ ਆ ਉਹ ਪਤਾਲ ਦੇ ਵਾਸੀ ਹੈ। ਕਈ ਕੋਟ ਨਰਕ ਸੁਰਗ ਨਿਵਾਸੀ, ਕਰੋੜਾਂ ਜੀਵ ਜਿਹੜੇ ਨਰਕਾਂ ਦੇ ਵਿੱਚ ਤੇ ਸੁਰਗਾਂ ਦੇ ਵਿੱਚ ਨਿਵਾਸ ਕਰਦੇ। ਕਈ ਕੋਟ ਜਨਮ ਹੈ ਜੀਵ ਹੈ ਮਰਹੇ, ਮਰ ਕਹਿੰਦੇ ਕਈ ਕਰੋੜਾਂ ਜੀਵ ਜਿਹੜੇ ਉਹ ਜਨਮ ਲੈ ਰਹੇ ਆ ਤੇ ਕਰੋੜਾਂ ਹੀ ਜੀਵ ਜਿਹੜੇ ਆ ਉਹ ਜੀ ਰਹੇ ਆ ਸੰਸਾਰ ਦੇ ਉੱਤੇ, ਆਪਣੀ ਜ਼ਿੰਦਗੀ ਕੱਢ ਰਹੇ ਆ, ਬਤੀਤ ਕਰ ਰਹੇ ਆ। ਤੇ ਕਈ ਐਸੇ ਹਨ ਜਿਹੜੇ ਮਰ ਕੇ ਇੱਥੋਂ ਜਾ ਰਹੇ। ਕਰੋੜਾਂ ਹੀ ਜੀਵ ਹਨ, ਕਰੋੜਾਂ ਦੇ ਕਰੋੜਾਂ, ਪੂਰਾਂ ਦੇ ਪੂਰੀ ਇਸ ਧਰਤੀ ਤੇ ਆ ਰਹੇ ਆ ਜਨਮ ਲੈ ਕੇ, ਤੇ ਪੂਰਾਂ ਦੇ ਪੂਰੀ ਇੱਥੋਂ ਜਾ ਰਹੇ ਆ ਤੇ ਪੂਰਾਂ ਦੇ ਪੂਰੀ ਇੱਥੇ ਜੀ ਰਹੇ। ਪਰ ਕਹਿੰਦੇ ਕਰੋੜਾਂ ਹੀ ਹਨ ਉਹ ਵੀ ਜਿਹੜੇ ਜਨਮ ਲੈਂਦੇ ਆ, ਤੇ ਕਰੋੜਾਂ ਹੀ ਰੋਜ਼ ਜਿਹੜੇ ਆ, ਦੇਖੋ ਪਤਾ ਨਹੀਂ ਕਿੰਨਿਆਂ ਕੁ ਦੀ ਹਰ ਰੋਜ਼ ਮੌਤ ਹੁੰਦੀ ਹੋਊਗੀ ਤੇ ਕਿੰਨੇ ਕੁ ਜਨਮ ਲੈਂਦੇ ਹੋਣਗੇ। ਤੇ ਆਪਾਂ ਤੇ ਸਾਰੇ ਕਿੰਨੇ ਕੁ ਐਸੇ ਹਨ ਜਿਹੜੇ ਜੀ ਰਹੇ ਆ, ਭੱਜ ਰਹੇ ਧਰਤੀ ਦੇ, ਕਿਤੇ ਕਿਤੇ ਧੋਂਦਾ, ਕਿਤੇ ਕਿਤੇ ਮਨੁੱਖ ਜਾਂਦਾ। ਮਹਾਰਾਜ ਕਹਿੰਦੇ ਕਰੋੜਾਂ ਹੀ ਹਨ ਜੀਵ ਜਿਹੜੇ ਜਨਮ ਲੈ ਰਹੇ ਆ, ਜਿਹੜੇ ਜੀਵਨ ਬਤੀਤ ਕਰ ਰਹੇ ਆ ਧਰਤੀ ਤੇ ਜਿਹੜੇ ਮਰ ਕੇ ਇੱਥੋਂ ਜਾ ਰਹੇ ਆ। ਕਈ ਕੋਟ ਬਾਜੂਨੀ ਫਿਰ ਹੈ, ਮਹਾਰਾਜ ਕਹਿੰਦੇ ਕਈ ਕੋਟ, ਕਈ ਕਰੋੜਾਂ ਹੀ ਜੀਵ ਜਿਹੜੇ ਆ ਉਹ ਜੂਨਾਂ ਦੇ ਵਿੱਚ ਫਿਰ ਰਹੇ ਆ। ਕਿਤੇ ਕੋਈ ਜੂਨੀ ਧਾਰਨ ਕਰ ਲਈ, ਕਿਤੇ ਕੋਈ, ਜਦੋਂ ਮਨ ਜਿਹੜਾ ਹੈ ਉਹ ਨਹੀਂ ਮਰਦਾ ਫਿਰ ਸਾਨੂੰ ਜੂਨਾਂ ਪ੍ਰਾਪਤ ਹੁੰਦੀਆਂ। ਕਈ ਕੋਟ ਬਹੁਤ ਜੂਨੀ, ਬਹੁਤੀਆਂ ਜੂਨਾਂ ਦੇ ਵਿੱਚ ਫਿਰ ਰਹੇ ਆ। ਪਰਮੇਸ਼ਰ ਨੇ ਉਹਨਾਂ ਨੂੰ ਜੂਨਾਂ ਦੇ ਵਿੱਚ ਭਟਕਾਇਆ ਆ। ਜਦੋਂ ਨਾਮ ਨਹੀਂ ਜਪਦਾ ਮਨੁੱਖ ਨਾ, ਜਦੋਂ ਜੀਵਨ ਮਿਲਦਾ ਮਨੁੱਖਾ, ਜਦੋਂ ਮਨੁੱਖਾ ਜਨਮ ਮਿਲਦਾ ਹੈ ਉਦੋਂ ਪਰਮੇਸ਼ਰ ਦਾ ਨਾਮ ਨਹੀਂ ਜਪਦੇ। ਜਦੋਂ ਨਹੀਂ ਜਪਦੇ ਫਿਰ ਪਰਮੇਸ਼ਰ ਉਹਨਾਂ ਨੂੰ ਜੂਨਾਂ ਦੇ ਵਿੱਚ ਪਾ ਦਿੰਦਾ। ਤੇ ਕਈ ਕੋਟ ਬਹੁਤ ਜੂਨੀ ਫਿਰ ਹੈ। ਮਹਾਰਾਜ ਕਹਿੰਦੇ ਕਰੋੜਾਂ ਹੀ ਜਿਹੜੇ ਹਨ ਉਹ ਜੀਵ ਜੂਨਾਂ ਦੇ ਵਿੱਚ ਫਿਰ ਰਹੇ ਆ, ਘੁੰਮ ਰਹੇ ਜੂਨਾਂ ਦੇ ਵਿੱਚ, ਜੂਨਾਂ ਭੋਗ ਰਹੇ, ਕਿਤੇ ਕਿਸੇ ਜੂਨ 'ਚ, ਕਿਤੇ ਕਿਸੇ ਜੂਨ 'ਚ। ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘੱਲ ਹੈ ਥੱਕ ਪਾਹੇ। ਮਹਾਰਾਜ ਕਹਿੰਦੇ ਕਈ ਕਰੋੜਾਂ ਹੀ ਜੀਵ ਐਸੇ ਹਨ ਜਿਹੜੇ ਬੈਠਤ ਹੀ ਖਾਏ, ਜਿਹੜੇ ਬੈਠਿਆਂ ਹੀ ਖਾਂਦੇ ਆ। ਅਮੀਰ ਲੋਕ ਹੁੰਦੇ ਆ ਨਾ ਜਿਨ੍ਹਾਂ ਨੂੰ ਸਾਰਾ ਕੁਝ ਬਣਿਆ ਬਣਾਤਾ ਮਿਲ ਜਾਂਦਾ, ਕੋਈ ਮਿਹਨਤ ਕਰਨ ਦੀ ਲੋੜ ਨਹੀਂ, ਬੈੱਡ ਤੇ ਬੈਠਿਆਂ ਚਾਹ ਆ ਜਾਂਦੀ, ਡਾਈਨਿੰਗ ਟੇਬਲ ਤੇ ਬੈਠਿਆਂ ਰੋਟੀ ਆ ਜਾਂਦੀ ਹੈ, ਖਾਂਦੇ ਰਹਿੰਦੇ ਆ ਆਨੰਦ ਨਾਲ, ਮਜ਼ੇ ਨਾਲ। ਉਹਨਾਂ ਨੂੰ ਕੋਈ ਸੰਸਾਰ ਦੀ ਪਰਵਾਹ ਹੀ ਨਹੀਂ ਹੁੰਦੀ ਕਿ ਕਿੱਥੋਂ ਰਾਸ਼ਨ ਆਉਣਾ ਤੇ ਕਿੱਥੋਂ ਨਹੀਂ ਆਉਣਾ। ਮਹਾਰਾਜ ਕਹਿੰਦੇ ਕਰੋੜਾਂ ਹੀ ਐਸੇ ਜੀਵ ਹਨ ਜਿਹੜੇ ਬੈਠੇ ਬਿਠਾਈ ਖਾਂਦੇ ਆ, ਜਿਨ੍ਹਾਂ ਨੂੰ ਬੈਠਿਆਂ ਨੂੰ ਪ੍ਰਸ਼ਾਦਾ ਪਾਣੀ ਮਿਲ ਜਾਂਦਾ। ਤੇ ਇਹ ਵੀ ਮਹਾਰਾਜ ਪਰਮੇਸ਼ਰ ਦੇ ਭਾਣੇ 'ਚ ਹੀ ਆ ਕੇ ਉਹ ਬੈਠੇ ਖਾਈ ਜਾਂਦੇ। ਤੇ ਕਈ ਕੋਟ ਘਾਲਾ ਥੱਕ ਪਾਹੇ, ਕਈ ਐਸੇ ਹਨ
ਜਿਹੜੇ ਦਿਨ ਤੋਂ ਲੈ ਕੇ ਸ਼ਾਮ ਤੱਕ ਘਾਲਣਾ ਘਾਲਦੇ ਰਹਿੰਦੇ ਆ, ਮਿਹਨਤ ਕਰਦੇ ਰਹਿੰਦੇ, ਘਾਲ ਥੱਕ ਪਾਏ ਤੇ ਸ਼ਾਮ ਤੱਕ ਥੱਕ ਜਾਂਦੇ ਤੇ ਮਸਾਂ ਹੀ ਆਪਣੀ ਰੋਟੀ ਦਾ ਜੁਗਾੜ ਹੀ ਹੁੰਦਾ। ਮਸਾਂ ਹੀ ਜਾ ਕੇ ਕਿਤੇ 4 ਰੋਟੀਆਂ ਪ੍ਰਾਪਤ ਹੁੰਦੀਆਂ ਆਪਣੇ ਪਰਿਵਾਰ ਵਾਸਤੇ, ਆਪਣੇ ਵਾਸਤੇ ਮਸਾਂ ਹੀ ਕਿਤੇ ਉਹ ਜਿਹੜਾ ਹੈ ਉਹ ਰੋਟੀ ਪ੍ਰਾਪਤ ਕਰਦੇ। ਕਈ ਕੋਟ ਘੱਲ ਹੈ ਥੱਕ ਪਾਏ, ਕਈਆਂ ਨੂੰ ਪਰਮੇਸ਼ਰ ਬੈਠਿਆਂ ਨੂੰ ਦੇ ਰਿਹਾ ਤੇ ਕਈ ਐਸੇ ਹਨ ਜਿਹੜੇ ਘਾਲਣਾ ਕਮਾਈਆਂ ਘਾਲ ਕੇ ਥੱਕ ਜਾਂਦੇ, ਸਾਰਾ ਸਾਰਾ ਦਿਨ ਮਿਹਨਤ ਕਰਦੇ ਰਹਿੰਦੇ ਆ। ਕਈ ਹੁੰਦੇ ਐਸੇ ਜਿਹੜੇ ਹੀਰਿਆਂ ਦੇ ਵਪਾਰੀ, ਉਹ ਬੈਠਿਆਂ ਹੀ ਉਹਨਾਂ ਦੇ ਕੋਲ ਕੋਈ ਗਾਹਕ ਆ ਜਾਂਦਾ ਤੇ ਉਹ ਬੈਠਿਆਂ ਬੈਠਿਆਂ ਹੀ ਆਪਣਾ ਹੀਰਾ ਵੇਚ ਕੇ ਤੇ ਧਨ ਪਦਾਰਥ ਇਕੱਠੇ ਕਰ ਲੈਂਦੇ ਆ। ਕਈ ਐਸੇ ਹੁੰਦੇ ਆ ਜਿਹੜੇ ਵਿਚਾਰੇ ਦਿਹਾੜੀ ਕਰਨ ਵਾਲੇ, ਸਾਰਾ ਦਿਨ ਲੱਗੇ ਰਹਿੰਦੇ ਮਿੱਟੀ ਪੁੱਟਣ ਦੇ ਕੰਮ ਕਰਨ ਦੇ ਵਿੱਚ, ਸਾਰਾ ਦਿਨ ਬਤੀਤ ਕਰ ਦਿੰਦੇ ਆ ਤੇ ਮਸਾਂ ਹੀ ਸ਼ਾਮ ਨੂੰ ਰੁਪਈਆ 300-400 ਦਿਹਾੜੀ ਉਹਨਾਂ ਨੂੰ ਮਿਲਦੀ ਆ, ਲੈ ਕੇ ਜਾ ਕੇ ਆਟਾ ਪਾਣੀ ਲੈ ਕੇ ਨਾਲੇ ਆਪਣਾ ਗੁਜ਼ਾਰਾ ਕਰਦੇ, ਨਾਲੇ ਆਪਣੇ ਪਰਿਵਾਰ ਦੇ। ਕਈ ਕੋਟ ਘਾਲਿਆ ਥੱਕ ਪਾਏ, ਥੱਕ ਜਾਂਦੇ ਮਾਰੇ ਕਹਿੰਦੇ ਘਾਲਣਾ ਘਾਲਦੇ ਘਾਲਦੇ। ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤ। ਮਾਰੇ ਕਹਿੰਦੇ ਕਈ ਕਰੋੜਾਂ ਹੀ ਐਸੇ ਹਨ ਜਿਹੜੇ ਉਸ ਪਰਮੇਸ਼ਰ ਨੇ ਧਨਵੰਤ ਕੀਤੇ ਆ, ਜਿਨ੍ਹਾਂ ਦੇ ਕੋਲ ਧਨ ਬਹੁਤ ਹੈ, ਧਨਾੜ ਬਣਾ ਦਿੱਤੇ ਪਰਮੇਸ਼ਰ ਨੇ। ਕਈ ਕੋਟ ਕੀਏ ਧਨਵੰਤ, ਚੰਗਾ ਧਨ ਪਦਾਰਥ ਦੇ ਕੇ ਧਨਵਾਨ ਬਣਾਏ ਆ, ਜਿਨ੍ਹਾਂ ਦੇ ਪੈਸੇ ਦੀ ਪਰਵਾਹ ਹੀ ਨਹੀਂ ਹੈ, ਪਤਾ ਨਹੀਂ ਕਿੰਨਾ ਕੁ ਪਰਮੇਸ਼ਰ ਨੇ ਉਹਨਾਂ ਨੂੰ ਦਿੱਤਾ, ਇੱਧਰੋਂ ਆਉਂਦਾ ਇੱਧਰ ਲਾ ਦਿੰਦੇ ਆ, ਕੋਈ ਪਰਵਾਹ ਹੀ ਨਹੀਂ ਕਰਦੇ। ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮੈਂ ਚਿੱਤ। ਫਿਰ ਕੁਝ ਐਸੇ ਹਨ ਜਿਨ੍ਹਾਂ ਨੂੰ ਇਹ ਪਰਵਾਹ ਕਿ ਮਾਇਆ ਕਿੱਥੋਂ ਆਉਣੀ ਹੈ, ਅੱਜ ਦਾ ਪ੍ਰਸ਼ਾਦਾ ਪਾਣੀ ਛਕ ਲਿਆ, ਅੱਜ ਮਾਇਆ ਮਿਲ ਗਈ ਹੈ, ਕੱਲ ਦੀ ਮਾਇਆ ਦੀ ਚਿੰਤਾ ਹੋ ਜਾਂਦੀ ਹੈ ਕਿ ਕੱਲ ਨੂੰ ਪੈਸਾ ਕਿੱਥੋਂ ਆਉਣਾ, ਜੇ ਨਾ ਲਿਆਂਦਾ ਤੇ ਬੱਚਿਆਂ ਦੀਆਂ ਫੀਸਾਂ ਕਿਵੇਂ ਭਰਨੀਆਂ, ਕਾਰੋਬਾਰ ਕਿਵੇਂ ਚਲਾਉਣਾ, ਆਪਣਾ ਕਿਵੇਂ ਦੇਖਣਾ। ਕਈਆਂ ਨੂੰ ਇਹੋ ਚਿੰਤਾ ਲੱਗੀ ਹੁੰਦੀ ਹੈ। ਕਈ ਐਸੇ ਧਨਵਾਨ ਹੁੰਦੇ ਆ ਜਿਨ੍ਹਾਂ ਨੂੰ ਪੈਸੇ ਦੀ ਪਰਵਾਹ ਹੀ ਨਹੀਂ ਹੁੰਦੀ, ਜਿੱਥੇ ਮਰਜ਼ੀ ਜੀ ਕਰਦੇ ਉਡਾ ਦਿੰਦੇ ਆ। ਕਈ ਤੇ ਐਸੇ ਹੁੰਦੇ ਜਿਨ੍ਹਾਂ ਕੋਲ ਇੰਨਾ ਧਨ ਹੁੰਦਾ, ਉਹਨਾਂ ਦੀਆਂ ਆਉਣ ਵਾਲੀਆਂ ਔਲਾਦਾਂ ਨਸ਼ਿਆਂ ਦੇ ਵਿੱਚ ਹੀ ਪੈਸਾ ਉਡਾ ਦਿੰਦੀਆਂ। ਕਈ ਐਸੇ ਹੁੰਦੇ ਜਿਨ੍ਹਾਂ ਨੂੰ ਮਾਇਆ ਦੀ ਚਿੰਤਾ ਹੀ ਲੱਗੀ ਰਹਿੰਦੀ ਕਿ ਹੁਣ ਕਮਾ ਲਈ ਹੈ, ਹੁਣ ਇਹਦੇ ਨਾਲ ਗੁਜ਼ਾਰਾ ਹੋ ਜਾਣਾ ਹੈ। ਤੇ ਕਈ ਹੁੰਦੇ ਆ ਉਹਨਾਂ ਦੇ ਕੋਲ ਪੈਸਾ ਬੜਾ ਹੁੰਦਾ। ਮਾਰੇ ਕਹਿੰਦੇ ਇਹ ਵੀ ਸਾਰਾ ਕੁਛ ਕਰੋੜਾਂ ਹੀ ਉਹ ਹਨ ਜਿਨ੍ਹਾਂ ਦੇ ਕੋਲ ਧਨ ਪਦਾਰਥ ਹੈ, ਤੇ ਕਰੋੜਾਂ ਹੀ ਉਹ ਹਨ ਜਿਹੜੇ ਮਾਇਆ ਦੇ ਵਿੱਚ ਚਿੰਤਾ ਕਰਕੇ ਬੈਠੇ ਆ। ਇਹ ਵੀ ਪਰਮੇਸ਼ਰ ਨੇ ਆਪ ਹੀ ਚਿੰਤਾ ਲਾਈ ਉਹਨਾਂ ਨੂੰ। ਜਹ ਜਹ ਭਾਣਾ ਤਹ ਤਹ ਰਾਖੇ, ਨਾਨਕ ਸਭ ਕਿਛ ਪ੍ਰਭ ਕੇ ਕਹਿ ਹਾਥੇ। ਮਾਰੇ ਕਹਿੰਦੇ ਜਹ ਜਹ ਭਾਣਾ, ਜਿਵੇਂ ਜਿਵੇਂ ਪ੍ਰਮਾਤਮਾ ਦਾ ਹੁਕਮ ਹੈ ਨਾ, ਜਿੱਥੇ ਜਿੱਥੇ ਤਹਿ ਤਹਿ ਰਾਖੇ, ਉੱਥੇ ਉੱਥੇ ਪਰਮੇਸ਼ਰ ਨੇ ਰੱਖਿਆ ਸਾਰਿਆਂ ਨੂੰ। ਕਿਸੇ ਨੂੰ ਪਤਾਲ 'ਚ ਟਿਕਾਇਆ ਆ, ਕਿਸੇ ਨੂੰ ਪਰਮੇਸ਼ਰ ਨੇ ਨਰਕ ਸੁਰਗ 'ਚ ਵਾੜਿਆ ਹੈ। ਕੋਈ ਜੰਮਦਾ ਹੈ, ਕੋਈ ਜਿਉਂਦਾ ਹੈ, ਤੇ ਕੋਈ ਮਰੀ ਜਾ ਰਿਹਾ, ਤੇ ਕੋਈ ਜੂਨਾਂ 'ਚ ਫਿਰ ਰਿਹਾ, ਕੋਈ ਬੈਠਿਆਂ ਖਾਈ ਜਾਂਦਾ, ਕੋਈ ਘਾਲਣਾ ਘਾਲ ਕੇ ਖਾਈ ਜਾਂਦਾ। ਕੋਈ ਧਨਵੰਤ ਇੰਨਾ ਕਿ ਕੋਈ ਧਨ ਦੀ ਕੋਈ ਕਮੀ ਨਹੀਂ ਹੈਗੀ, ਤੇ ਕੋਈ ਗਰੀਬ ਇੰਨਾ ਹੈ ਕਿ ਮਾਇਆ ਦੀ ਚਿੰਤਾ ਲੱਗੀ ਰਹਿੰਦੀ ਹੈ ਕਿ ਮਾਇਆ ਆਉਣੀ ਕਿੱਥੋਂ। ਮਾਰੇ ਕਹਿੰਦੇ ਇਹ ਨਾ ਸਾਰਾ ਜਹ ਜਹ ਭਾਣਾ ਤਹਿ ਤਹਿ ਰਾਖੇ, ਜਿਵੇਂ ਜਿਵੇਂ ਪਰਮੇਸ਼ਰ ਦਾ ਭਾਣਾ ਹੈ ਉਵੇਂ ਉਵੇਂ ਉਹਨੇ ਜੀਵ ਨੂੰ ਰੱਖਿਆ ਹੈ। ਜਿਵੇਂ ਜਿਵੇਂ ਪਰਮੇਸ਼ਰ ਦਾ ਭਾਣਾ, ਮਨੁੱਖ ਦੀ ਆਪਣੀ ਮਰਜ਼ੀ ਨਹੀਂ ਚੱਲਦੀ, ਇਹ ਤਾਂ ਪਰਮੇਸ਼ਰ ਦਾ ਭਾਣਾ ਹੈ, ਉਹਨੇ ਹੀ ਰੱਖਿਆ। ਕਿਉਂਕਿ ਇਹ ਪਰਮੇਸ਼ਰ ਨੇ ਹੀ ਨਾ ਸਾਰੀ ਵਿਧ ਬਣਾਈ ਹੈ, ਪਰਮੇਸ਼ਰ ਹੀ ਸਾਰਿਆਂ ਨੂੰ ਰੱਖਣ ਵਾਲਾ, ਉਹਦਾ ਕੰਮ ਹੀ ਇਹ ਹੈ ਪਰਮੇਸ਼ਰ ਦਾ, ਵਾਹਿਗੁਰੂ ਦਾ। ਉਹ ਨੀਵਿਆਂ ਨੂੰ ਉੱਚੇ ਬਿਠਾਉਣ ਵਾਲਾ ਤੇ ਉੱਚਿਆਂ ਨੂੰ ਨੀਵੇਂ ਕਰਨ ਵਾਲਾ ਪਰਮੇਸ਼ਰ। ਕਾਜੀ ਰੁਕਨਦੀਨ ਨੇ ਪੁੱਛਿਆ ਸੀ ਨਾ ਸਵਾਲ ਕਿ ਪਰਮੇਸ਼ਰ ਦਾ ਕੰਮ ਕੀ ਹੈ, ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਜਿਹੜੇ ਤਖਤ ਤੇ ਤੂੰ ਬੈਠਾ ਨਾ, ਇੱਥੇ ਬਹਿ ਕੇ ਮੈਂ ਜਵਾਬ ਦੇਣਾ, ਤੂੰ ਇੱਥੇ ਆ ਜਾ। ਕਹਿੰਦਾ ਆਰੂ ਮਹਾਰਾਜ ਤੁਸੀਂ ਬੈਠ ਕੇ, ਗੁਰੂ ਸਾਹਿਬ ਬਹਿ ਕੇ ਕਹਿੰਦੇ ਕਿ ਬਸ ਇਹੀ ਕੰਮ ਹੈ ਪਰਮੇਸ਼ਰ ਦਾ। ਕਹਿੰਦੇ ਜੀ ਕੀ ਕੰਮ ਹੈ ਮਹਾਰਾਜ? ਕਹਿੰਦੇ ਧਰਤੀ ਤੇ ਆਕਾਸ਼ ਗਿਰਾਵੇ ਚੜੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਮਹਾਰਾਜ ਕਹਿੰਦੇ ਇਹੋ ਉਹਦਾ ਕੰਮ ਹੈ, ਜਿਹੜੇ ਨੀਵੇਂ ਹੁੰਦੇ ਆ ਉਹਨਾਂ ਨੂੰ ਉੱਚੇ ਚੁੱਕ ਦਿੰਦਾ ਹੈ, ਤੇ ਜਿਹੜੇ ਉੱਚੇ ਹੁੰਦੇ ਉਹਨਾਂ ਨੂੰ ਨੀਵੇਂ ਕਰ ਦਿੰਦਾ। ਇਹ ਤਾਂ ਉਹਦਾ ਭਾਣਾ ਹੈ, ਜਿਵੇਂ ਉਹਦੀ ਰਜਾ ਹੈ, ਇਹੀ ਉਹਦਾ ਕੰਮ ਹੈ ਪਰਮੇਸ਼ਰ ਦਾ। ਜੈ ਜੈ ਭਾਣਾ ਤਹਿ ਤਹਿ ਰਾਖੇ, ਜਿਵੇਂ ਜਿਵੇਂ ਉਹਦਾ ਭਾਣਾ ਹੈ ਤਿਵੇਂ ਤਿਵੇਂ ਉਹ ਜੀਵਾਂ ਨੂੰ ਰੱਖਣਾ ਕਰਦਾ, ਤਿਵੇਂ ਤਿਵੇਂ ਰੱਖਦਾ। ਇਹ ਮਨੁੱਖ ਦੀ ਆਪਣੀ, ਕਈ ਐਸੇ ਹੁੰਦੇ ਆ ਸਾਧ ਸੰਗਤ ਜਿਨ੍ਹਾਂ ਮਿਹਨਤ ਬੜੀ ਕੀਤੀ ਹੁੰਦੀ ਹੈ ਤੇ ਉਹਨਾਂ ਨੂੰ ਸਫਲਤਾ ਤਾਂ ਵੀ ਨਹੀਂ ਮਿਲਦੀ। ਕੁਝ ਐਸੇ ਹੁੰਦੇ ਆ ਜਿਨ੍ਹਾਂ ਨੇ ਬਸ ਛੋਟੀ ਜਿਹੀ ਮਿਹਨਤ ਕੀਤੀ ਹੁੰਦੀ ਹੈ ਤੇ ਉਹ ਸਫਲ ਹੋ ਜਾਂਦੇ ਆ ਆਪਣੇ ਕੰਮ ਦੇ ਵਿੱਚ, ਧਨਾੜ ਹੋ ਜਾਂਦੇ ਆ, ਪੈਸਾ ਬਹੁਤ ਆ ਜਾਂਦਾ। ਤੇ ਇਹ ਤੇ ਪਰਮੇਸ਼ਰ ਦਾ ਭਾਣਾ ਹੀ ਹੈ ਨਾ, ਉਹਨੇ ਜਿਹਨੂੰ ਬਖਸ਼ਣਾ ਹੈ ਤੇ ਉਹਨੂੰ ਅਮੀਰ ਕਰ ਦੇਣਾ, ਜਿਹਦੇ ਕਿਸਮਤ 'ਚ ਧਨ ਲਿਖਣਾ ਉਹਨੂੰ ਧਨ ਦੇ ਦੇਣਾ, ਤੇ ਜਿਹਨੇ ਨਹੀਂ ਲਿਖਣਾ ਤੇ ਕਈਆਂ ਦਾ ਧਨ ਉਹਨੇ ਖੋਹ ਦੇਣਾ। ਕਈ ਐਸੇ ਹੁੰਦੇ ਜਿਹੜੇ ਬਿਜ਼ਨਸ ਕਰਦੇ ਕਰਦੇ ਉੱਜੜ ਜਾਂਦੇ ਆ,
ਕਈ ਐਸੇ ਹੁੰਦੇ ਜਿਹੜੇ ਨਿੱਕਾ ਜਿਹਾ ਬਿਜ਼ਨਸ ਸਟਾਰਟ ਕਰਦੇ ਉਤੋਂ ਲੱਖਾਂ ਪੈਸੇ ਕਮਾ ਲੈਂਦੇ। ਇਹ ਭਾਣਾ ਹੀ ਹੈ ਨਾ ਪਰਮੇਸ਼ਰ ਦਾ, ਜਿੰਨਾ ਮਰਜ਼ੀ ਇਹਦਾ ਵਿਸਥਾਰ ਕਰੀ ਜਾ, ਇਸ ਪੰਕਤੀ ਦਾ ਜੈ ਜੈ ਭਾਣਾ ਤਹਿ ਤਹਿ ਰੱਖੇ। ਆਪਾਂ ਆਸੇ ਪਾਸੇ ਦੇਖਦੇ ਹੀ ਹਾਂ, ਸਾਡੇ ਜੀਵਨ 'ਚ ਕਈ ਉਦਾਹਰਨਾਂ ਐਸੀਆਂ ਮਿਲ ਜਾਂਦੀਆਂ। ਕਈ ਲੋਕ ਐਸੇ ਮਿਲਦੇ ਆ ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਹੁੰਦਾ, ਰਾਤੋਂ ਰਾਤ ਕੋਈ ਐਸੀ ਇਹਦੀ ਲਾਟਰੀ ਲੱਗਦੀ ਹੈ ਕਿ ਅਗਲੇ ਦਿਨ ਅਮੀਰ ਹੋ ਜਾਂਦਾ। ਤੇ ਕੁਝ ਐਸੇ ਹੁੰਦੇ ਆ ਜਿਨ੍ਹਾਂ ਕੋਲ ਧਨ ਇੰਨਾ ਹੁੰਦਾ ਹੈ, ਇੰਨਾ ਧਨ ਪਦਾਰਥ ਹੁੰਦਾ ਕਿ ਉਹਦੀ ਔਲਾਦ ਮਾੜੀ ਨਿਕਲ ਆਉਂਦੀ ਹੈ ਤੇ ਉਹ ਔਲਾਦ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੰਦੀ। ਜਾ ਜਾ ਭਾਣਾ ਤਹਿ ਤਹਿ ਰੱਖੇ, ਇਹੀ ਤੇ ਪਰਮੇਸ਼ਰ ਦਾ ਭਾਣਾ ਹੈ। ਜਿੱਥੇ ਜਿੱਥੇ ਭਾਣਾ ਹੈ ਉੱਥੇ ਉੱਥੇ ਉਹਨੂੰ ਰੱਖਦਾ ਹੈ। ਨਾਨਕ ਸਭ ਕੁਛ ਪ੍ਰਭ ਕੈ ਹੱਥ ਹੈ। ਮਾਰੇ ਕਹਿੰਦੇ ਭਾਈ ਇਹ ਸਾਰਾ ਕੁਝ ਪ੍ਰਭੂ ਦੇ ਹੱਥ ਹੈ, ਪਰਮੇਸ਼ਰ ਦੇ ਹੱਥ ਹੈ। ਨਾਨਕ ਸਭ ਕੁਛ ਪ੍ਰਭ ਕੈ ਹੱਥ ਹੈ, ਪਰਮੇਸ਼ਰ ਦੇ ਵਾਹਿਗੁਰੂ ਦੇ ਹੱਥ ਵਿੱਚ ਆ। ਉਹ ਜਿਹਨੂੰ ਜਿਹੜੇ ਤਖਤ ਤੇ ਜਿੱਥੇ ਬਿਠਾਉਣਾ ਹੈ, ਜਿਹੜੇ ਜਿਹੜੇ ਕਾਰਜ 'ਚ ਕਿਹਨੂੰ ਲਾਉਣਾ ਹੈ, ਇਹ ਪਰਮੇਸ਼ਰ ਹੀ ਜਾਣਦਾ ਹੈ ਤੇ ਹੋਰ ਕਿਸੇ ਨੂੰ ਨਹੀਂ ਪਤਾ। ਕਿ ਜਿੱਥੇ ਜਿੱਥੇ ਜੀਵ ਨੂੰ ਰੱਖਣਾ ਹੈ, ਤੇ ਜੀਵ ਆਪਣੇ ਵੱਲੋਂ ਕਹਿੰਦੇ ਆ ਨਾ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਏ। ਜੀਵ ਆਪਣੇ ਵੱਲੋਂ ਬੜਾ ਜ਼ੋਰ ਲਾਉਂਦਾ, ਮੈਂ ਆਹ ਕਰ ਲਾਂ, ਉਹ ਕਰ ਲਾਂ, ਆਹ ਕਰ ਜਾਏ ਕਰ ਲਾਂਗਾ ਤੇ ਇਹ ਹੋ ਜਾਏਗਾ। ਪਰ ਉਹ ਕਈ ਵਾਰੀ ਐਸਾ ਹੁੰਦਾ ਹੈ ਆਪਣੇ ਆਪ ਬਾਜੀ ਪੁੱਠੀ ਪਲਟ ਜਾਂਦੀ ਹੈ। ਉਹਨੇ ਜਿਹੜੇ ਪਾਸੇ ਨੂੰ ਜੀਵ ਨੂੰ ਲੈ ਕੇ ਜਾਣਾ ਹੈ ਉਸੇ ਪਾਸੇ ਨੂੰ ਜਾ ਰਿਹਾ ਜੀਵ। ਇਸੇ ਕਰਕੇ ਕਹਿੰਦੇ ਪਰਮੇਸ਼ਰ ਨੂੰ ਲਾਮਾ ਨਹੀਂ ਕੋਈ ਦੇਣਾ ਚਾਹੀਦਾ, ਕਿਉਂਕਿ ਉਹਨੇ ਭਾਣੇ ਦੇ ਵਿੱਚ ਹੀ ਜੀਵਾਂ ਨੂੰ ਲਾਇਆ ਹੈ। ਜਿਹੜੇ ਜਿਹੜੇ ਕੰਮ 'ਚ ਉਹਨੇ ਲਾਉਣਾ ਹੈ ਉਹਦੇ ਵਿੱਚ ਲੱਗੇ ਹੋਏ ਆ, ਕਿਉਂਕਿ ਸਾਰਾ ਕੁਛ ਉਸ ਪਰਮੇਸ਼ਰ ਦੇ ਆਪਣੇ ਹੱਥ ਵਿੱਚ ਹੈ। ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗ ਤਿੰਨ ਲਿਵ ਲਾਗੀ। ਮਾਰੇ ਕਹਿੰਦੇ ਕਈ ਬੈਰਾਗੀ ਹੋ ਗਏ, ਬੈਰਾਗ ਧਾਰਨ ਕਰ ਲਿਆ ਕਈ ਕਰੋੜਾਂ ਨੇ। ਭਏ ਬੈਰਾਗੀ ਰਾਮ ਨਾਮ ਸੰਗ ਤਿੰਨ ਲਿਵ ਲਾਗੀ, ਉਹਨਾਂ ਦੀ ਰਾਮ ਪ੍ਰਭੂ ਪਰਮੇਸ਼ਰ ਦੇ ਨਾਲ ਲਿਵ ਲੱਗੀ ਹੋਈ ਹੈ। ਵਿਰਾਗਮਾਨ ਹੋ ਗਏ, ਬੈਰਾਗੀ ਹੋ ਗਏ, ਸੰਸਾਰ ਛੱਡ ਦਿੱਤਾ, ਦੁਨੀਆ ਛੱਡ ਦਿੱਤੀ ਤੇ ਪਰਮੇਸ਼ਰ ਨਾਲ ਲਿਵ ਲਾਈ ਕਿ ਪਰਮੇਸ਼ਰ ਹੀ ਸਾਰਾ ਕੁਛ ਹੈ, ਵਾਹਿਗੁਰੂ ਹੀ ਸਾਰਾ ਕੁਛ ਹੈ। ਰਾਮ ਨਾਮ ਸੰਗ ਤਿੰਨ ਲਿਵ ਲਾਗੀ, ਪਰਮੇਸ਼ਰ ਦੇ ਵਿੱਚ ਆਪਣੀ ਉਹਨਾਂ ਨੇ ਜਿਹੜੀ ਹੈ ਉਹ ਲਿਵ ਜੋੜ ਲਈ। ਐਸੇ ਵੈਰਾਗੀ ਸੰਸਾਰ ਦੇ ਵੱਲੋਂ ਉਪਰਾਮ ਹੋ ਕੇ ਚੱਲ ਪਏ, ਇਹਨਾਂ ਨੂੰ ਧਨ ਪਦਾਰਥ ਦਾ ਕੋਈ ਸ਼ੌਂਕ ਹੀ ਨਹੀਂ। ਕਈ ਕੋਟ ਪ੍ਰਭ ਕੋ ਖੋਜੰਤੇ, ਆਤਮ ਮਹਿ ਪਾਰ ਬ੍ਰਹਮ ਲਹੰਤੇ। ਮਾਰੇ ਕਹਿੰਦੇ ਕਈ ਕਰੋੜਾਂ ਐਸੇ ਹਨ ਜਿਹੜੇ ਪ੍ਰਭੂ ਵਾਹਿਗੁਰੂ ਨੂੰ ਖੋਜੰਤੇ ਖੋਜਦੇ ਹਨ, ਖੋਜਦੇ ਫਿਰਦੇ ਕਿ ਪਰਮੇਸ਼ਰ ਸਾਨੂੰ ਲੱਭ ਜਾਵੇ। ਤੇ ਖੋਜਦਿਆਂ ਖੋਜਦਿਆਂ ਆਤਮ ਮਹਿ ਪਾਰ ਬ੍ਰਹਮ ਲਹੰਤੇ, ਤੇ ਫਿਰ ਖੋਜਦਿਆਂ ਖੋਜਦਿਆਂ ਉਹ ਆਪਣੀ ਆਤਮਾ ਦੇ ਵਿੱਚੋਂ ਪਰਮੇਸ਼ਰ ਵਾਹਿਗੁਰੂ ਨੂੰ ਲੱਭ ਲੈਂਦੇ ਹਨ। ਕੋਈ ਐਸੇ ਹਨ ਜਿਵੇਂ ਮਹਾਤਮਾ ਬੁੱਧ ਹੋਏ ਹਨ, ਪਰਿਵਾਰ ਛੱਡ ਕੇ ਚਲੇ ਗਏ ਸੀ, ਪਤਨੀ ਨੂੰ ਸੁੱਤਿਆ ਪਿਆ, ਪੁੱਤਰ ਨੂੰ ਸੁੱਤਿਆ ਪਿਆ ਛੱਡ ਕੇ ਚਲੇ ਗਏ, ਰਾਜ ਭਾਗ ਛੱਡ ਕੇ। ਬੜਾ ਚਿਰ ਖੋਜਦੇ ਰਹੇ ਪਰਮੇਸ਼ਰ ਨੂੰ, ਪਰ ਪਰਮੇਸ਼ਰ ਲੱਭਾ ਹੀ ਨਹੀਂ। ਤੇ ਇੱਕ ਦਿਨ ਐਸਾ ਆਇਆ ਕਿ ਭੁੱਖ ਬਹੁਤ ਲੱਗੀ ਸੀ ਤੇ ਪਰਮੇਸ਼ਰ ਨੂੰ ਯਾਦ ਕਰ ਰਹੇ ਸੀ ਕਿਸੇ ਰੁੱਖ ਦੇ ਹੇਠਾਂ ਬੈਠਿਆਂ। ਤੇ ਉੱਥੇ ਇੱਕ ਔਰਤ ਦੁੱਧ ਲੈ ਕੇ ਆਈ ਤੇ ਉਹ ਦੁੱਧ ਪੀਤਾ, ਤੇ ਉਹ ਦੁੱਧ ਪੀਣ ਦੇ ਨਾਲ ਹੀ ਪਰਮੇਸ਼ਰ ਦਾ ਗਿਆਨ ਹੋ ਗਿਆ। ਉਦੋਂ ਹੀ ਕਵਾੜ ਖੁੱਲ ਗਏ ਮਹਾਤਮਾ ਬੁੱਧ ਦੇ, ਆਤਮਾ ਦੇ ਵਿੱਚੋਂ ਪਾਰ ਬ੍ਰਹਮ ਲੱਭ ਗਿਆ। ਤੇ ਫਿਰ ਉਸ ਤੋਂ ਬਾਅਦ ਮਹਾਤਮਾ ਬੁੱਧ ਨੇ ਸਾਰੇ ਸੰਸਾਰ ਨੂੰ ਉਪਦੇਸ਼ ਦੇਣਾ ਕੀਤਾ। ਕਈ ਐਸੇ ਆ ਮਹਾਰਾਜ ਕਹਿੰਦੇ ਜਿਹੜੇ ਮਹਾਤਮਾ ਬੁੱਧ ਨੂੰ ਖੋਜਣ ਵਾਸਤੇ ਘਰੋਂ ਨਿਕਲੇ, ਬੈਰਾਗੀ ਹੋ ਗਏ, ਘਰੋਂ ਨਿਕਲ ਗਏ ਖੋਜਦੇ ਖੋਜਦੇ, ਫਿਰ ਉਹਨਾਂ ਨੂੰ ਲੱਭਿਆ ਕਿੱਥੋਂ? ਆਪਣੀ ਆਤਮਾ ਦੇ ਵਿੱਚੋਂ। ਪ੍ਰਭ ਕੋ ਖੋਜੰਤੇ ਆਤਮ ਹੈ ਪਾਰ ਬ੍ਰਹਮ ਲਹੰਤੇ, ਆਪਣੀ ਆਤਮਾ ਦੇ ਵਿੱਚੋਂ ਫਿਰ ਉਹਨਾਂ ਨੂੰ ਪਾਰ ਬ੍ਰਹਮ ਵਾਹਿਗੁਰੂ ਲੱਭਿਆ, ਬਾਹਰੋਂ ਨਹੀਂ ਕਿਤੇ ਲੱਭਿਆ। ਲੱਭਣਾ ਆਪਣੇ ਵਿੱਚੋਂ ਹੀ ਪੈਣਾ, ਭਾਵੇਂ ਕੋਈ ਜੰਗਲਾਂ 'ਚ ਜਾ ਕੇ ਲੱਭਦਾ ਫਿਰੇ ਤੇ ਭਾਵੇਂ ਘਰ ਬੈਠਾ ਲੱਭ ਲਵੇ, ਲੱਭਣਾ ਆਪਣੇ ਵਿੱਚੋਂ ਹੀ ਪੈਣਾ, ਕਿਤੇ ਬਾਹਰੋਂ ਨਹੀਂ ਮਿਲਣਾ। ਪਰਮੇਸ਼ਰ ਹਿਰਦੇ 'ਚ ਹੈ, ਪਰਮੇਸ਼ਰ ਸਾਡੇ ਅੰਦਰ ਵੱਸਦਾ ਹੈ ਤੇ ਉਹ ਸਾਡੇ ਹੱਥ ਤੋਂ ਵੀ ਨੇੜੇ ਹੈ। ਤੇ ਉਹਨੂੰ ਪ੍ਰਾਪਤੀ ਵਾਸਤੇ ਸਿਰਫ ਆਪਣੇ ਆਪੇ ਦੀ ਖੋਜ ਦੀ ਲੋੜ ਹੈ, ਜੰਗਲਾਂ 'ਚ ਜਾ ਕੇ ਖੋਜਣ ਦੀ ਲੋੜ ਨਹੀਂ। ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਬਿਨਾਸ਼। ਮਿਲਿਓ ਕੂੜੇ ਨੂੰ ਮੂੰਹ ਖੁੱਲਾ ਹੈ, ਮਿਲਿਓ ਬਣਨਾ ਉਹ ਕੂੜੇ ਹੋ ਰਹਾ ਉਹ। ਕਈ ਕੋਟ ਦਰਸ਼ਨ ਪ੍ਰਭ ਪਿਆਸ, ਕਈ ਕਰੋੜਾਂ ਹੀ ਐਸੇ ਹਨ ਜਿਹੜੇ ਜਿਨ੍ਹਾਂ ਦੇ ਮਨ 'ਚ ਪਿਆਸ ਲੱਗੀ ਹੋਈ ਕਿ ਮਹਾਰਾਜ ਸਾਨੂੰ ਆਪ ਜੀ ਦੇ ਦਰਸ਼ਨ ਹੋ ਜਾਣ। ਪਿਆਸ ਲੱਗੀ ਹੋਈ ਹੈ, ਕਰੋੜਾਂ ਦੇ ਅੰਦਰ ਪਿਆਸ ਲੱਗੀ ਹੋਈ, ਕਿਸੇ ਇੱਕ ਦੇ ਅੰਦਰ ਨਹੀਂ। ਕਰੋੜਾਂ ਐਸੇ ਹਨ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੀ ਪਿਆਸ ਲੱਗੀ ਹੋਈ ਹੈ ਕਿ ਵਾਹਿਗੁਰੂ ਮਹਾਰਾਜ ਇਹ ਪਰਮੇਸ਼ਰ ਜੀ ਸਾਨੂੰ ਦਰਸ਼ਨ ਬਖਸ਼ੋ। ਕੋਈ ਐਸਾ ਹੀ ਦਰਸ਼ਨ ਮੰਗਦੇ ਹਨ। ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿੰਨ ਕੋ ਮਿਲਿਓ ਪ੍ਰਭ ਅਬਿਨਾਸ਼। ਫਿਰ ਉਹਨਾਂ ਨੂੰ ਮਿਲ ਜਾਂਦਾ ਹੈ ਪ੍ਰਭੂ ਅਬਿਨਾਸ਼ੀ, ਜਿਹੜਾ ਕਦੀ ਵੀ ਨਾਸ਼ ਨਹੀਂ ਨਾ ਹੁੰਦਾ। ਉਹ ਪਰਮੇਸ਼ਰ ਫਿਰ ਉਹਨਾਂ ਨੂੰ ਆਣ ਮਿਲਦਾ ਜਿਨ੍ਹਾਂ ਦੇ ਅੰਦਰ ਦਰਸ਼ਨ ਦੀ ਪਿਆਸ ਲੱਗੀ ਹੁੰਦੀ ਹੈ, ਜਿਹੜੇ ਰੋਜ਼ ਉੱਠ ਕੇ ਬਾਣੀ ਪੜ੍ਹ ਕੇ ਸਿਮਰਨ ਕਰਕੇ ਕਹਿੰਦੇ ਮਹਾਰਾਜ ਦਰਸ਼ਨ ਦਿਓ ਸਾਨੂੰ, ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ।
ਜਿਹੜੇ ਇਸ ਤਰ੍ਹਾਂ ਰੋਜ਼ ਪੜ੍ਹਦੇ ਆ ਨਾ, ਬਾਣੀ ਪੜ੍ਹ ਕੇ ਤੇ ਰੋਜ਼ ਦਰਸ਼ਨਾਂ ਦੀ ਪਿਆਸ ਮੰਗਦੇ ਆ, ਤੇ ਫਿਰ ਇੱਕ ਦਿਨ ਐਸਾ ਹੁੰਦਾ ਤਿੰਨ ਕੋ ਮਿਲਿਓ ਪ੍ਰਭ ਅਬਿਨਾਸ਼, ਫਿਰ ਉਹਨਾਂ ਨੂੰ ਸਦੀਵੀ ਤੌਰ ਤੇ ਉਹ ਅਬਿਨਾਸੀ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਨਾ, ਕਦੀ ਨਾਸ਼ ਹੋਣ ਵਾਲਾ, ਉਹ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਤਿੰਨ ਕੋ ਮਿਲਿਓ ਪ੍ਰਭ ਅਬਿਨਾਸ਼, ਕਈ ਕੋਟ ਮੰਗਹਿ ਸਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ। ਕਈ ਐਸੇ ਹਨ ਜਿਹੜੇ ਸਤ ਸੰਗਤ ਮੰਗਦੇ ਰਹਿੰਦੇ ਆ। ਮੰਗ ਹੈ ਸਤ ਸੰਗ, ਕਹਿੰਦੇ ਮਹਾਰਾਜ ਸਾਨੂੰ ਸਤ ਸੰਗਤ ਬਖਸ਼ਿਸ਼ ਕਰ ਦਿਓ, ਆਪ ਜੀ ਦੀ ਬੜੀ ਕਿਰਪਾ ਹੋ। ਕਈ ਕੋਟ ਕਰੋੜਾਂ ਹੀ ਹਨ ਜਿਹੜੇ ਸਤ ਸੰਗ ਮੰਗਦੇ ਆ, ਤੇ ਸਾਧ ਸੰਗਤ ਕਈ ਦੇਵਤੇ ਵੀ ਸਤ ਸੰਗਤ ਲੋਚਦੇ ਆ ਕਿ ਸਾਨੂੰ ਸਤ ਸੰਗਤ ਮਿਲ ਜਾਏ, ਸਤ ਸੰਗੀਆਂ ਦਾ ਸੰਗ ਮਿਲ ਜਾਵੇ, ਅਸੀਂ ਵੀ ਮੁਕਤ ਹੋ ਜਾਈਏ। ਸਤ ਸੰਗੀ ਪਿਆਰਿਆਂ ਦੀ ਸੰਗਤ ਕਈ ਮੰਗਦੇ ਆ, ਕਰੋੜਾਂ ਹੀ ਮੰਗਦੇ ਜੀਵ ਕਿ ਸਾਨੂੰ ਸਤ ਸੰਗਤ ਮਿਲ ਜਾਵੇ, ਕਿਉਂਕਿ ਸਤ ਸੰਗਤ ਦਾ ਬੜਾ ਵੱਡਾ ਫਲ ਗੁਰਮਤਿ ਦੇ ਵਿੱਚ ਹੈ। ਜਿਹੜਾ ਮਨੁੱਖ ਸਤ ਸੰਗਤ ਕਰਨ ਲੱਗ ਪਏ ਨਾ, ਤੇ ਗੁਰੂ ਸਾਹਿਬ ਨੇ ਕਿਹਾ ਭਾਵੇਂ ਉਹ ਕਿੰਨਾ ਵੀ ਵਿਕਾਰੀ ਕਿਉਂ ਨਾ ਹੋਵੇ, ਸਤ ਸੰਗਤ ਕਰਕੇ ਉਹਦਾ ਜੀਵਨ ਪਲਟ ਜਾਂਦਾ ਹੈ। ਕਿਉਂਕਿ ਸਤ ਸੰਗਤ ਦੇ ਵਿੱਚ ਸੋਝੀ ਬਹੁਤ ਵੱਡੀ ਮਿਲਦੀ ਹੈ। ਜਿਹੜਾ ਮਨੁੱਖ ਸਤ ਸੰਗਤ ਕਰਦਾ ਹੈ, ਭਾਵੇਂ ਉਹਨੇ ਕਿੰਨੇ ਵੀ ਵਿਕਾਰ ਕਿਉਂ ਨਾ ਕਮਾਏ ਹੋਣ, ਪਰ ਜੇ ਉਹ ਸਤ ਸੰਗਤ ਕਰਨ ਲੱਗ ਪਵੇ, ਜੀਵਨ ਦਿਨਾਂ 'ਚ ਹੀ ਪਲਟ ਜਾਂਦਾ। ਦਿਨਾਂ 'ਚ, ਇੱਕ ਦਿਨ ਦੇ ਵਿੱਚ ਉਹਦਾ ਜੀਵਨ ਪਲਟ ਕੇ ਰੱਖ ਦਿੰਦੇ ਆ ਸਤ ਸੰਗਤ ਕੀਤਾ ਹੋਇਆ। ਪਰ ਕੀਤਾ ਉਹਨੇ ਮਨ ਦੇ ਨਾਲ ਹੋਵੇ, ਕੀਤਾ ਉਹਨੇ ਪੂਰਾ ਅੰਦਰੋਂ ਭਿੱਜ ਕੇ ਹੋਵੇ ਸਤ ਸੰਗਤ। ਕਈ ਕੋਟ ਮੰਗੇ ਸਤ ਸੰਗ, ਫਿਰ ਕੀ ਹੋਇਆ? ਪਾਰ ਬ੍ਰਹਮ ਤਿਨ ਲਾਗਾ ਰੰਗ। ਪਾਰ ਬ੍ਰਹਮ ਵਾਹਿਗੁਰੂ ਦੇ ਨਾਲ ਉਹਨਾਂ ਦਾ ਪਿਆਰ ਲੱਗ ਗਿਆ, ਫਿਰ ਪਿਆਰ ਪੈ ਗਿਆ। ਫਿਰ ਭੱਜਦੇ ਕਿ ਕੀਰਤਨ ਕਿੱਥੇ ਹੋਣਾ ਹੈ, ਅੱਜ ਕਿੱਥੇ ਸਤ ਸੰਗਤ ਹੋਣੀ ਹੈ, ਕਿੱਥੇ ਕਥਾ ਹੋਣੀ ਹੈ, ਕਿੱਥੇ ਵਿਚਾਰ ਸੁਣਨ ਨੂੰ ਕਿੱਥੋਂ ਮਿਲ ਜੇ ਸਾਨੂੰ, ਕਿੱਥੋਂ ਵਿਚਾਰ ਸੁਣੀਏ, ਕਿੱਥੋਂ ਕਥਾ ਸੁਣੀਏ। ਫਿਰ ਉਹ ਲੱਭਦੇ ਆ, ਸਤ ਸੰਗਤ ਲੱਭਦੇ ਆ। ਫਿਰ ਪਾਰ ਬ੍ਰਹਮ ਤਿਨ ਲਾਗਾ ਰੰਗ, ਫਿਰ ਉਹਨਾਂ ਦਾ ਰੰਗ ਲੱਗ ਜਾਂਦਾ ਪਰਮੇਸ਼ਰ ਦੇ ਨਾਲ, ਵਾਹਿਗੁਰੂ ਦੇ ਨਾਲ, ਸਦੀਵੀ ਤੌਰ ਤੇ ਜੁੜ ਜਾਂਦੇ ਆ ਫਿਰ ਵਾਹਿਗੁਰੂ ਦੇ ਨਾਲ। ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ। ਜਿਨ ਕੋ ਹੋਏ ਆਪ ਸੋ ਪ੍ਰਸੰਨ, ਜਿਨ੍ਹਾਂ ਉੱਤੇ ਆਪ ਪਰਮੇਸ਼ਰ ਪ੍ਰਸੰਨ ਹੋ ਜਾਂਦਾ ਹੈ, ਖੁਸ਼ ਹੋ ਜਾਂਦਾ ਹੈ। ਜਿਨ ਕਾ ਹੋਏ ਆਪ ਸੋ ਪ੍ਰਸੰਨ, ਜਿਨ੍ਹਾਂ ਦੇ ਉੱਤੇ ਪਰਮੇਸ਼ਰ ਖੁਸ਼ ਹੁੰਦਾ ਹੈ ਨਾ, ਨਾਨਕ ਦੇ ਜਨ ਸਦਾ ਧਨ ਧਨ। ਮਹਾਰਾਜ ਕਹਿੰਦੇ ਉਹ ਮਨੁੱਖ, ਉਹ ਜੀਵ, ਉਹ ਗੁਰਮੁਖ ਪਿਆਰੇ ਧਨ ਹਨ, ਉਹ ਜਨ ਧਨ ਹਨ, ਜਿਹੜੇ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਖੁਸ਼ ਹੁੰਦਾ ਹੈ, ਜਿਨ੍ਹਾਂ ਨੂੰ ਸਤ ਸੰਗਤ ਮਿਲਦੀ ਹੈ, ਜਿਹੜੇ ਆਪੇ ਦੀ ਖੋਜ ਕਰਦੇ ਆ, ਜਿਹੜੇ ਦਰਸ਼ਨਾਂ ਦੀ ਪਿਆਸ ਮੰਗਦੇ ਆ, ਉਹਨਾਂ ਮਨੁੱਖਾਂ ਤੇ ਵਾਹਿਗੁਰੂ ਪ੍ਰਸੰਨ ਹੋ ਜਾਂਦਾ ਹੈ। ਤੇ ਸਤਿਗੁਰੂ ਕਹਿੰਦੇ ਆ ਕਿ ਧੰਨਤਾ ਦੇ ਯੋਗ ਹਨ, ਉਹਨਾਂ ਨੂੰ ਧੰਨ ਧੰਨ ਕਹਿਣਾ ਹੀ ਬਣਦਾ, ਜਿਹੜੇ ਇੰਨਾ ਕੁਝ ਕਰਦੇ ਆ। ਜਿਹੜੇ ਮਾਇਆ ਵੱਲੋਂ ਉਦਾਸ ਹੋ ਕੇ ਆਪਣੇ ਆਪੇ ਦੀ ਖੋਜ ਵਿੱਚ ਲੱਗੇ ਆ, ਉਹ ਧੰਨਤਾ ਦੇ ਯੋਗ ਹਨ। ਉਹਨਾਂ ਉੱਤੇ ਪਰਮੇਸ਼ਰ ਸਦਾ ਹੀ ਪ੍ਰਸੰਨ ਰਹਿੰਦਾ ਹੈ। ਕਈ ਕੋਟ ਖਾਣੀ ਅਰ ਖੰਡ, ਮਾਰੇ ਕਹਿੰਦੇ ਕਰੋੜਾਂ ਹੀ ਖਾਣੀਆਂ ਹਨ। ਆਪਾਂ 4 ਖਾਣੀਆਂ ਗਿਣਦੇ ਆ ਨਾ, ਅੰਡਜ, ਜੇਰਜ, ਸੇਤਜ ਤੇ ਉਤਭੁਜ। ਇਹ ਪਰਮੇਸ਼ਰ ਦੀਆਂ 4 ਖਾਣੀਆਂ। ਆਂਡੇ 'ਚੋਂ ਪੈਦਾ ਹੋਣ ਵਾਲੇ ਜੀਵ, ਖਾਣੀਆਂ ਤੋਂ ਭਾਵ ਅੰਡਰ ਜੇਰ ਤੋਂ ਪੈਦਾ ਹੋਣ ਵਾਲੇ ਜੀਵ ਜੇਰਜ, ਜਿਵੇਂ ਮਨੁੱਖ ਆਦਿਕ, ਪਸ਼ੂ ਆਦਿਕ ਜਿਹੜੇ ਉਹ ਜੇਰ ਤੋਂ ਪੈਦਾ ਹੁੰਦੇ ਆ। ਸੇਤਜ ਜਿਹੜੇ ਪਸੀਨੇ ਤੋਂ ਪੈਦਾ ਹੁੰਦੇ, ਉੱਲੀ ਵਗੈਰਾ। ਤੇ ਉਤਭੁਜ ਜਿਹੜੇ ਜ਼ਮੀਨ ਦੇ ਵਿੱਚੋਂ ਬਨਸਪਤੀ ਆਦਿ ਪੈਦਾ ਹੁੰਦੀ ਹੈ। ਇਹ 4 ਖਾਣੀਆਂ ਆਪਾਂ ਮੰਨਦੇ ਹਾਂ। ਪਰ ਸਤਿਗੁਰੂ ਇੱਥੇ ਬਿਆਨ ਕਰਦੇ, ਕਹਿੰਦੇ ਭਾਈ ਖਾਣੀਆਂ ਵੀ ਕੋਈ 4 ਨਹੀਂ ਹੈ, ਕਰੋੜਾਂ ਹੀ ਖਾਣੀਆਂ ਹਨ। ਕਈ ਕੋਟ ਖਾਣੀ ਅਰ ਖੰਡ, ਤੇ ਕਰੋੜਾਂ ਹੀ ਖੰਡ ਹਨ। ਕਰੋੜਾਂ ਹੀ ਖੰਡ ਪਰਮੇਸ਼ਰ ਨੇ ਬਣਾਏ ਆ, ਕਰੋੜਾਂ ਹੀ ਜਿਹੜੇ ਟੁਕੜੇ ਬਣਾਏ ਆ ਇਸ ਧਰਤੀ ਦੇ, ਤੇ ਕਰੋੜਾਂ ਹੀ ਇਸ ਤੋਂ ਇਲਾਵਾ ਹੋਰ ਧਰਤੀਆਂ ਦੇ ਟੁਕੜੇ ਇੱਥੇ ਸੰਸਾਰ ਦੇ ਵਿੱਚ ਬਣਾਏ ਆ। ਤੇ ਕਰੋੜਾਂ ਹੀ ਪਰਮੇਸ਼ਰ ਨੇ ਖਾਣੀਆਂ ਬਣਾਈਆਂ। ਸਿਰਫ 4 ਤਰ੍ਹਾਂ ਦੇ ਜੀਵ ਨਹੀਂ ਪੈਦਾ ਹੋ ਰਹੇ, ਪਤਾ ਨਹੀਂ ਕਿੰਨੇ ਕਿੰਨੇ ਤਰ੍ਹਾਂ ਦੇ ਨਾਲ ਜੀਵ ਪੈਦਾ ਹੋ ਰਹੇ ਆ। ਕਈ ਕੋਟ ਖਾਣੀ ਅਰ ਖੰਡ, ਖਾਣੀਆਂ ਅਤੇ ਖੰਡ ਵੀ ਕਰੋੜਾਂ ਹੀ ਹਨ। ਕਈ ਕੋਟ ਆਕਾਸ਼ ਬ੍ਰਹਿਮੰਡ, ਤੇ ਕਰੋੜਾਂ ਹੀ ਆਕਾਸ਼ ਪਰਮੇਸ਼ਰ ਨੇ ਸਿਰਜੇ ਹੋਏ ਆ। ਸਿਰਫ ਇਹੀ ਸਾਡਾ ਆਕਾਸ਼ ਹੀ ਨਹੀਂ, ਪਤਾ ਨਹੀਂ ਕਿੰਨੇ ਕੁ ਆਕਾਸ਼ ਪਰਮੇਸ਼ਰ ਨੇ ਪੈਦਾ ਕੀਤੇ ਹੋਏ, ਕਰੋੜਾਂ ਹੀ। ਤੇ ਕਰੋੜਾਂ ਹੀ ਬ੍ਰਹਿਮੰਡ ਦੀ ਰਚਨਾ ਪਰਮੇਸ਼ਰ ਨੇ ਕੀਤੀ। ਕਰੋੜਾਂ ਹੀ ਬ੍ਰਹਿਮੰਡ ਪਰਮੇਸ਼ਰ ਨੇ ਬਣਾਏ ਆ। ਅੱਜ ਵੀ ਸਾਇੰਸ ਉਹਨਾਂ ਬ੍ਰਹਿਮੰਡਾਂ ਦੀ ਖੋਜ ਕਰ ਰਹੀ ਆ। ਕਰਦਿਆਂ ਖੋਜ, ਉਹ ਕਹਿੰਦੇ ਕੋਈ ਅੰਤ ਪਾਇਆ ਨਹੀਂ ਜਾ ਸਕਦਾ ਕਿ ਕਿੰਨੇ ਕੁ ਬ੍ਰਹਿਮੰਡ ਹਨ, ਕਿੰਨੇ ਕੁ ਖੰਡ ਹਨ, ਕਿੰਨੇ ਕੁ ਆਕਾਸ਼ ਹਨ। ਉਹਨਾਂ ਦਾ ਵੀ ਕੋਈ ਅੰਤ ਨਹੀਂ ਕਿਤੇ ਪਾਇਆ ਜਾ ਸਕਦਾ। ਕਰੋੜਾਂ ਹੀ ਬ੍ਰਹਿਮੰਡ ਪਰਮੇਸ਼ਰ ਨੇ ਵਿਸਥਾਰ ਇੰਨਾ ਕੀਤਾ ਹੋਇਆ। ਇੰਨੇ ਕਰੋੜਾਂ ਹੀ ਬ੍ਰਹਿਮੰਡ ਵਾਹਿਗੁਰੂ ਨੇ ਬਣਾਏ ਆ, ਤੇ ਕਰੋੜਾਂ ਹੀ ਉਹਨਾਂ ਬ੍ਰਹਿਮੰਡਾਂ 'ਚ ਵਿਚਰਨ ਵਾਲੇ ਲੋਕ ਬਣਾਏ ਆ, ਜਿਹੜੇ ਕਰੋੜਾਂ ਹੀ ਖਾਣੀਆਂ ਤੋਂ ਉਤਪੰਨ ਹੋ ਰਹੇ, ਪੈਦਾ ਹੋ ਰਹੇ। ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਵਿਸਥਾਰ। ਮਾਰੇ ਕਹਿੰਦੇ ਫਿਰ
उस परमेश्वर ने जिथे करोड़ा ही खानियां, करोड़ा ही ब्रह्मांड बनाए आ ना, उत्थे कोई एक अद्धा उन्ना अवतार नहीं परमेश्वर ने पैदा किया, करोड़ा ही अवतार पैदा किए। कई कोट होए अवतार, करोड़ा ही परमेश्वर वाहिगुरु ने अवतार पैदा किए। राम वर्गे, कृष्ण वर्गे करोड़ा ही अवतार पैदा किए वाहिगुरु ने परमेश्वर ने। जीव इन्हां अवतारां दे पिछे लड़ी जाता ना कि कृष्ण साडा है तो राम तुहाडा है, तो वो तुहाडे हन, ये तुहाडे हन। महाराज कहते ये करोड़ा ही होए भाई, किहदे पिछे लड़ोगे। कई कोट होए अवतार, कई परमेश्वर ने अवतार पैदा किए, पैदा ही नहीं किए, पैदा करके उन्होंने नाश भी करने वाला परमेश्वर वाहिगुरु आप है। कई कोट होए अवतार, कई जुगत कीनो विस्तार। परमेश्वर ने कई जुगतियां दे नाल विस्तार अपना जिहड़ा फैला अपना जिहड़ा कीता होया संसार दे विच। कई जुगत कई तरीकों के नाल, कई जुगत कीनो विस्तार अपना जिन्ना भी खिलारा परमेश्वर ने खिलारिया है ना, कई जुगतां दे नाल खिलारिया है, कोई एक अद्धी जुगत नहीं। ਆਪਾਂ ਕਹਿੰਦੇ ਆ ਨਾ ਕਿ परमेश्वर ने जिहड़ा आ ये पंजां तत्तां तो संसार की सारी रचना की है, पर महाराज कहते पता नहीं किहड़ियां जुगतां दे नाल परमेश्वर ने चीज बनाई। ये परमेश्वर ही वाहिगुरू जानदा। कई जुगत किन्नो विस्तार, उन्हें अपना खिलारा जिहड़ा ना कई तरीकों के नाल पसारिया है। कई बार पसरियो पासार, सदा सदा एक एक अंकार। महाराज कहते कई बार पसरियो पसार, कई बारी ये जिहड़ा पसारा है ना परमेश्वर ने वाहिगुरू ने पसारना किया है सारा संसार। कई बार पसरे पसार, कई बार, एक बारी नहीं कई बार परमेश्वर ने वाहिगुरू ने ये जिहड़ा सारा संसार है कई बार, एक बार नहीं कई बार पसरे पसार, कई बारी उन्हें पसारे नूं बनाया है ते कई बार बना के ते फिर नाश किया है ते फिर बना दिता है। कहती है ना साइंस कि पहले डायनासोर सी, उस तो पहले पानी पानी सी, फिर डायनासोर पैदा होए, फिर उस तो बाद डायनासोरां तो बाद फिर संसार के उत्ते कई ऐसे ऐसे बड़े बड़े जीव पैदा होए, फिर उस तो बाद मनुख पैदा होया। कई बार पसरे पसार, कई बारी ये पता नहीं किन्नी बारी धरती बनी है तो किन्नी बारी उन्हें नाश की है। अज भी कई ऐसे खंडर जिहड़े जमीन में दबे मिल रहे हैं जिन्होंने नाम दिते जाते हैं सिद्ध घाटी की सभ्यता, जिवें अपने इत्थे नेड़े है डोला वीरा दा। तो सारा कुछ साध संगत ये परमेश्वर ने कई बार पसरे पसार, कई बारी ये पसारा जिहड़ा है पसरिया खिलारिया ते कई बारी नाश किया। सदा सदा एक एक अंकार, पर वो परमेश्वर आप नहीं नाश होया, वो सदा इको ही रहा। सदा सदा एक एक अंकार, वो एक ओंकार वाहिगुरू जिहड़ा परमेश्वर है वो सदीवी तौर पर स्थित है, वो नहीं कभी नाश होया। उन्हें सारा कुछ बनाया, नाश किया, फिर बनाया, पर वो वाहिगुरू आप सदीवी तौर पर टिकिया है, सदा सदा एक एक अंकार। कई कोट कीने बहु भात, प्रभ ते होए प्रभ माहे समात। कई कोट कीने बहु भात, मारे कहते आ करोड़ा जीव वाहिगुरू ने बहुत भांतियां दे बनाए, वख वख तरीकों के नाल रचे आ, वख वख तरह के जीव परमेश्वर ने रचे आ, बहुत बहुत भांतियां दे, तरह तरह के, वख वख तरह के, अनेका तरह के जीव बनाए आ। कुछ रेंगण वाले बनाते, उन्होंने हाथ ही नहीं दिते परमेश्वर ने, ते कुछ जिहड़े आ जीव धरती ते चलण वाले बनाते, कुछ नूं खंभ देते जिहड़े उड़ी जा रहे हैं। परमेश्वर की कुदरत है ना। कई कोट कीने बहु भांत, तरह तरह के परमेश्वर ने जीव जिहड़े बनाए। भांत इत्थे बिंदी तुसीं ला सकते हो। कई कोट कीने बहु भांत, भांत भांति भांति के तरह तरह के जीव संसार ने वाहिगुरू ने इस संसार दे विच पैदा किए। प्रभ ते होए प्रभ माए समात, ये जिहड़े जीव आ पैदा किए हुए उस परमेश्वर तो ही उत्पन्न होए, प्रभु तो ही बने आ, ते प्रभ माहे समात, उस वाहिगुरू दे विच ही समा जाणगे। प्रभ ते होए प्रभ माहे समात, उस वाहिगुरू तो पैदा होया ते उस वाहिगुरू दे विच ही समा जाण वाले आ। प्रभ ते होए प्रभ माहे समात, ताका अंत न जानै कोय, आपे आप नानक प्रभ सोए। मारे कहते आ ताका अंत ना जाने कोई, उस वाहिगुरू का उस परमेश्वर का अंत कोई नहीं जान सकता, उस परमेश्वर का कोई अंत नहीं जान सकता। जिन्हें जीवां नूं बनाया वो जीव थोड़ी उस परमेश्वर का अंत जान सकते, कोई नहीं जान सकता उस वाहिगुरू का अंत। ताका अंत ना जाने कोई, आपे आप नानक प्रभ सोए। आपे आप परमेश्वर वाहिगुरू प्रभु जिहड़ा वो सोए आप ही है, ਉਹਦੇ वर्गा होर कोई नहीं है। उन्हें अपने आप नूं आप ही बनाया है।
ਤੇ ਆਪ ਹੀ ਉਹ ਆਪਣੇ ਬਾਰੇ ਜਾਣਦਾ ਹੈ। ਕੋਈ ਜੀਵ ਉਹਦੇ ਬਾਰੇ ਕੁਛ ਨਹੀਂ ਜਾਣ ਸਕਦਾ, ਕੁਛ ਨਹੀਂ ਕਹਿ ਸਕਦਾ। ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਕੋ ਹੋਵਤ ਆਤਮ ਪਰਗਾਸ। ਕਈ ਕਰੋੜ ਐਸੇ ਹਨ ਜਿਹੜੇ ਪਾਰ ਬ੍ਰਹਮ ਵਾਹਿਗੁਰੂ ਦੇ ਦਾਸ ਹੋਏ ਆ, ਸੇਵਕ ਹੋਏ ਆ, ਜਿਹੜੇ ਪਰਮੇਸ਼ਰ ਦੀ ਸੇਵਾ ਕਰਨ ਵਾਲੇ, ਜਿਹੜੇ ਹਰ ਸਾਹ ਦੇ ਨਾਲ ਪਰਮੇਸ਼ਰ ਦਾ ਸਿਮਰਨ ਕਰਕੇ ਉਹਦੀ ਸੇਵਾ ਕਰਦੇ। ਪਰਮੇਸ਼ਰ ਨੇ ਆਪਣੇ ਦਾਸ ਬਣਾਏ ਕੁਝ ਐਸੇ। ਤਿਨ ਹੋਵਤ ਆਤਮ ਪ੍ਰਗਾਸ, ਤਿੰਨਾਂ ਦੇ ਅੰਦਰ ਆਤਮ ਪ੍ਰਗਾਸ, ਆਤਮਾ ਉਹਨਾਂ ਦੀ ਚਾਨਣ ਕੀਤੀ ਹੋਈ ਪਰਮੇਸ਼ਰ ਨੇ। ਉਹਨਾਂ ਨੂੰ ਪਰਮੇਸ਼ਰ ਨੇ ਅੰਦਰਲਾ ਚਾਨਣ ਬਖਸ਼ਿਸ਼ ਕੀਤਾ ਹੋਇਆ। ਉਹ ਸਦੀਵੀ ਪਰਮੇਸ਼ਰ 'ਚ ਟਿਕੇ ਹੋਏ, ਜਿਹੜੇ ਪਰਮੇਸ਼ਰ ਦੇ ਦਾਸ ਹੋ ਗਏ, ਜਿਹੜੇ ਪਰਮੇਸ਼ਰ ਦੇ ਸੇਵਕ ਹੋਏ। ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਰਹਿ ਏਕੋ ਨੇਤਰੇ। ਮਾਰੇ ਕਹਿੰਦੇ ਕਈ ਕੋਟ ਤਤ ਕੇ ਬੇਤੇ, ਕਈ ਐਸੇ ਹਨ ਜਿਨ੍ਹਾਂ ਨੂੰ ਤਤ ਦਾ ਗਿਆਨ ਹੋ ਗਿਆ। ਤਤ ਪਰਮੇਸ਼ਰ ਵਾਹਿਗੁਰੂ ਦੇ ਬੇਤੇ ਜਾਣਨ ਵਾਲੇ ਹੋ ਗਏ। ਬੇਤੇ ਉਹਨਾਂ ਨੇ ਜਾਣ ਲਿਆ ਪਰਮੇਸ਼ਰ ਨੂੰ, ਸਿਧਾਂਤ ਨੂੰ ਜਾਣ ਲਿਆ ਕਿ ਤਤ ਕੀ ਹੈ, ਅਸਲੀ ਕੀ ਹੈ ਤੇ ਨਕਲੀ ਕੀ ਹੈ, ਸੱਚ ਕੀ ਹੈ ਤੇ ਝੂਠ ਕੀ ਹੈ, ਜਿਨ੍ਹਾਂ ਨੇ ਨਿਰਣਾ ਕਰ ਲਿਆ। ਕਈ ਕੋਟ ਤਤ ਕੇ ਬੇਤੇ, ਉਹਨਾਂ ਨੇ ਜਾਣ ਲਿਆ ਕਿ ਤਤ ਜਿਹੜਾ ਹੈ ਉਹ ਪਰਮੇਸ਼ਰ ਵਾਹਿਗੁਰੂ ਹੈ। ਉਹਨਾਂ ਨੇ ਵਾਹਿਗੁਰੂ ਨੂੰ ਜਾਣ ਲਿਆ, ਸੱਚ ਜਾਣ ਲਿਆ, ਝੂਠ ਨੂੰ ਨਕਾਰ ਦਿੱਤਾ। ਸਦਾ ਨਿਹਾਰੇ ਇੱਕੋ ਨੇਤਰੇ, ਫਿਰ ਉਹ ਆਪਣੀਆਂ ਅੱਖਾਂ ਦੇ ਨਾਲ, ਨੇਤਰਾਂ ਦੇ ਨਾਲ ਸਦਾ ਨਿਹਾਰੇ ਉਸ ਵਾਹਿਗੁਰੂ ਨੂੰ ਨਿਹਾਰਦੇ ਹਨ। ਸਦਾ ਹੀ ਉਸ ਪਰਮੇਸ਼ਰ ਨੂੰ ਦੇਖਦੇ ਰਹਿੰਦੇ ਆ, ਉਹ ਹੋਰ ਪਾਸੇ ਆਪਣਾ ਧਿਆਨ ਨਹੀਂ ਲੈ ਕੇ ਜਾਂਦੇ। ਕਈ ਕੋਟ ਨਾਮ ਰਸ ਪੀਵਹਿ, ਅਮਰ ਭਏ ਸਦ ਸਦ ਹੀ ਜੀਵਹਿ। ਕਈ ਕੋਟ, ਕਈ ਕਰੋੜਾਂ ਹਨ ਜਿਹੜੇ ਨਾਮ ਰਸ ਪੀਂਦੇ ਆ, ਜਿਨ੍ਹਾਂ ਨੂੰ ਨਾਮ ਰਸ ਪ੍ਰਾਪਤ ਹੋਇਆ ਪਰਮੇਸ਼ਰ ਨੇ, ਜਿਨ੍ਹਾਂ ਤੇ ਕਿਰਪਾ ਕਰਕੇ ਨਾਮ ਰਸ ਜਿਨ੍ਹਾਂ ਨੂੰ ਦਿੱਤਾ, ਉਹ ਵੀ ਕਰੋੜਾਂ ਹਨ। ਕਈ ਕੋਟ ਨਾਮ ਰਸ ਪੀਵੇ, ਅਮਰ ਭਏ ਸਦ ਸਦ ਹੀ ਜੀਵੇ। ਫਿਰ ਨਾਮ ਰਸ ਪੀ ਕੇ ਅਮਰ ਹੋ ਗਏ, ਸਦਾ ਸਦਾ ਜਿਉਂਦੇ ਰਹਿੰਦੇ ਆ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਕਹੋ ਨਾਨਕ ਇਸ ਜਗਤ ਮੈਂ ਕਿਨ ਜਪਿਓ ਗੁਰਮੰਤ। ਜਿਨ੍ਹਾਂ ਨੇ ਨਾਮ ਜਪਿਆ, ਨਾਮ ਦਾ ਰਸ ਪੀਤਾ, ਉਹ ਸਦੀਵੀ ਤੌਰ ਤੇ ਜੀਵਤ ਹੋ ਗਏ। ਲੋਕ ਉਹਨਾਂ ਦੀਆਂ ਕਥਾ ਕਹਾਣੀਆਂ ਕਰਦੇ ਹਨ, ਯਾਦ ਕਰਦੇ ਹਨ, ਉਹਨਾਂ ਨੂੰ ਸਿਮਰਦੇ ਹਨ ਕਿ ਉਹਨਾਂ ਨੇ ਨਾਮ ਜਪਿਆ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੁੱਛਿਆ ਸੀ ਸਿੱਖਾਂ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ, ਜਿਹੜਾ ਨਾਮ ਜਪਦਾ ਉਹ ਅਮਰ ਕਿਵੇਂ ਹੁੰਦਾ ਹੈ? ਤੇ ਮਹਾਰਾਜ ਨੇ ਕਿਹਾ, ਭਾਈ ਸਿੱਖੋ ਮੈਨੂੰ ਇਹ ਦੱਸੋ ਕਿ ਭਗਤ ਕਬੀਰ ਜੀ ਦੇ ਸਮੇਂ ਕਿਹੜਾ ਬਾਦਸ਼ਾਹ ਹੋਇਆ, ਜਾਣਦੇ ਹੋ ਤੁਸੀਂ? ਤੇ ਸਿੱਖ ਕਹਿੰਦੇ ਨਹੀਂ ਮਹਾਰਾਜ, ਭਗਤ ਕਬੀਰ ਜੀ ਨੂੰ ਤੇ ਜਾਣਦੇ ਆ, ਪਰ ਬਾਦਸ਼ਾਹ ਨੂੰ ਨਹੀਂ ਜਾਣਦੇ ਅਸੀਂ, ਕਿਹੜਾ ਬਾਦਸ਼ਾਹ ਹੋਇਆ। ਮਹਾਰਾਜ ਕਹਿੰਦੇ ਫਿਰ, ਤੇ ਮਹਾਰਾਜ ਕਹਿੰਦੇ ਹਾਂਜੀ ਮਹਾਰਾਜ ਦੱਸੋ ਫਿਰ ਕੀ ਗੱਲ ਹੈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੇ ਮਹਾਰਾਜ ਕਹਿੰਦੇ ਇਹੋ ਜਿਹੀ ਗੱਲ ਹੈ ਭਾਈ ਸਿੱਖੋ, ਬਾਦਸ਼ਾਹ ਨੂੰ ਭੁੱਲ ਗਏ ਜਿਹਨੇ ਕੋਲ ਇੰਨਾ ਧਨ ਦੌਲਤ ਸੀ, ਪਰ ਕਬੀਰ ਨੂੰ ਅੱਜ ਵੀ ਅਸੀਂ ਜਾਣਦੇ ਹਾਂ। ਕਿਉਂ? ਕਿਉਂਕਿ ਕਬੀਰ ਜੀ ਨੇ ਪਰਮੇਸ਼ਰ ਨੂੰ ਸਿਮਰਿਆ, ਕਬੀਰ ਜੀ ਨੇ ਨਾਮ ਰਸ ਪੀਤਾ, ਉਹ ਅੱਜ ਵੀ ਅਮਰ ਹਨ ਸਾਡੇ ਵਿੱਚ। ਇਸ ਕਰਕੇ ਸਾਧ ਸੰਗਤ, ਜਿਹੜਾ ਮਨੁੱਖ ਜਪਦਾ ਹੈ ਪਰਮੇਸ਼ਰ ਨੂੰ, ਕਈ ਕੋਟ ਨਾਮ ਰਸ ਪੀਵੈ। ਜਿਹੜਾ ਨਾਮ ਦਾ ਰਸ ਪੀਂਦਾ ਹੈ, ਅਮਰ ਭਏ ਸਦ ਸਦ ਹੀ ਜੀਵੈ। ਉਹ ਅਮਰ ਹੋ ਜਾਂਦੇ ਆ ਤੇ ਸਦੀਵੀ ਤੌਰ ਤੇ ਸੰਸਾਰ ਦੇ ਵਿੱਚ ਜੀਂਦੇ ਰਹਿੰਦੇ ਆ। ਉਹਨਾਂ ਦੇ ਵਿਚਾਰ ਕਦੀ ਨਹੀਂ ਮਰਦੇ, ਉਹਨਾਂ ਦੇ ਵਿਚਾਰ ਸਦੀਵੀ ਤੌਰ ਤੇ ਸੰਸਾਰ ਨੂੰ ਅਗਵਾਈ ਦਿੰਦੇ ਰਹਿੰਦੇ ਆ। ਅੱਜ ਵੀ ਅਸੀਂ ਗੁਰਬਾਣੀ ਪੜ੍ਹ ਕੇ ਅਗਵਾਈ ਲੈਂਦੇ ਹਾਂ, ਭਾਵੇਂ ਗੁਰੂ ਸਾਹਿਬ ਜੋਤ ਰੂਪ ਹੋ ਕਰਕੇ ਹਨ, ਸਾਡੇ ਕੋਲ ਸਰੀਰ ਰੂਪ ਦੇ ਵਿੱਚ ਨਹੀਂ ਹਨ, ਪਰ ਬਾਣੀ ਕਰਕੇ, ਜੋਤ ਕਰਕੇ ਤੇ ਸਾਡੇ ਕੋਲ ਹੀ ਹਨ। ਅਮਰ ਭਏ ਸਦ ਸਦ ਹੀ ਜੀਵੇ, ਸਦੀਵੀ ਤੌਰ ਤੇ ਜਿਉਂਦੇ ਆ, ਉਹ ਸਾਨੂੰ ਦੇਖ ਰਹੇ ਆ, ਸਦਾ ਹੀ ਅਸੀਂ ਸਿਮਰਦੇ ਹਾਂ ਤੇ ਉਹ ਸਾਡਾ ਪ੍ਰਤੱਖ ਹੋ ਕੇ ਸਾਡੇ ਜੀਵਨ ਦੀ ਅਗਵਾਈ ਕਰਦੇ ਆ। ਜਿਹੜੇ ਨਾਮ ਰਸ ਪੀਂਦੇ ਆ ਉਹ ਅਮਰ ਹੋ ਜਾਂਦੇ ਆ ਤੇ ਉਹ ਸਦਾ ਹੀ ਜੀਂਦੇ ਰਹਿੰਦੇ ਆ। ਕਈ ਕੋਟ ਨਾਮ ਗੁਣ ਗਾਵਹਿ, ਆਤਮ ਰਸ ਸੁਖ ਸਹਿਜ ਸਮਾਵਹਿ। ਮਾਰੇ ਕਹਿੰਦੇ ਕਈ ਕੋਟ, ਕਈ ਕਰੋੜਾਂ ਹੀ ਨਾਮ ਗੁਣ ਗਾਵੇ, ਨਾਮ ਪਰਮੇਸ਼ਰ ਦਾ ਜਿਹੜਾ ਹੈ ਨਾ, ਉਹਦੇ ਗੁਣ ਗਾਉਂਦੇ ਆ, ਉਹਦੀ ਕੀਰਤੀ ਕਰਦੇ ਆ, ਉਹਨੂੰ ਸਿਮਰਦੇ ਆ, ਗੁਣ ਗਾਉਂਦੇ ਆ, ਕੀਰਤਨ ਕਰਦੇ ਉਸ ਪਰਮੇਸ਼ਰ ਦੇ ਨਾਮ ਦਾ, ਵਾਰ-ਵਾਰ ਸਿਮਰਦੇ ਆ। ਕਈ ਕੋਟ ਨਾਮ ਗੁਣ ਗਾਵੇ, ਆਤਮ ਰਸ ਸੁਖ ਸਹਿਜ ਸਮਾਵੈ। ਫਿਰ ਉਹਨਾਂ ਨੂੰ ਆਤਮ ਰਸ ਦੀ ਪ੍ਰਾਪਤੀ ਹੁੰਦੀ ਆ ਤੇ ਫਿਰ ਸੁੱਖ ਦੇ ਵਿੱਚ ਸਹਿਜ ਦੇ ਨਾਲ ਸਮਾ ਜਾਂਦੇ ਆ। ਸਹਿਜ ਹੀ ਉਹਨਾਂ ਨੂੰ ਸੁੱਖ ਪ੍ਰਾਪਤ ਹੋ ਜਾਂਦਾ। ਆਤਮਾ ਉਹਨਾਂ ਦੀ ਰਸ ਦੇ ਨਾਲ ਭਰ ਜਾਂਦੀ ਹੈ, ਆਤਮ ਰਸ ਹੀ ਰਸੀਏ ਹੋ ਜਾਂਦੇ ਆ ਤੇ ਸੁੱਖ ਦੇ ਵਿੱਚ ਜੀਵਨ ਬਤੀਤ ਕਰਦੇ ਆ ਤੇ ਸਹਿਜ ਅਵਸਥਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ, ਸਹਿਜ ਸਮਾਵੇ, ਸਹਿਜ ਸਮਾ ਜਾਂਦੇ ਆ। ਆਪਣੇ ਜਨ ਕੋ ਸਾਸ ਸਾਸ ਸੁਮਾਰੇ, ਨਾਨਕ ਹੋਏ ਪਰਮੇਸ਼ਵਰ ਕੇ ਪਿਆਰੇ। ਮਾਰੇ ਕਹਿੰਦੇ ਆਪਣੇ ਜਨ ਕੋ ਸਾਸ ਸਾਸ ਸਮਾਰੇ, ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ
ਆਪਣੇ ਪਿਆਰੇ ਨੂੰ, ਆਪਣੇ ਜਨ ਨੂੰ, ਜਿਹੜਾ ਉਹਨੂੰ ਸਿਮਰਦਾ ਹੈ, ਜਿਹੜਾ ਨਾਮ ਜਪਦਾ ਹੈ, ਉਹਨੂੰ ਸਾਹ ਸੰਭਾਲਦਾ ਹੈ। ਕੱਲੇ ਕੱਲੇ ਸਾਸ ਨਾਲ ਉਹਦੀ ਸੰਭਾਲਣਾ ਕਰਦਾ ਹੈ, ਉਹਨੂੰ ਦੁੱਖ ਨਹੀਂ ਆਉਣ ਦਿੰਦਾ ਪਰਮੇਸ਼ਰ। ਸਾਹ ਸੰਭਾਲੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ। ਮਾਰੇ ਕਹਿੰਦੇ ਉਹ ਅਸਲੀ ਪਰਮੇਸ਼ਰ ਦੇ ਪਿਆਰੇ ਹਨ ਜਿਨ੍ਹਾਂ ਦੀ ਸੰਭਾਲ ਵਾਹਿਗੁਰੂ ਕਰਦਾ ਹੈ, ਜਿਹੜੇ ਆਤਮ ਰਸੀ ਹੋ ਗਏ, ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਨੇ ਜੀਵਨ ਆਪਣਾ ਪਵਿੱਤਰ ਬਣਾਇਆ, ਉਹ ਪਰਮੇਸ਼ਰ ਦੇ ਪਿਆਰੇ ਹਨ। ਉਹਨਾਂ ਦੇ ਚਰਨੀ ਲੱਗੋ ਜਿਹੜੇ ਪਰਮੇਸ਼ਰ ਨੂੰ ਸਿਮਰਦੇ ਹਨ, ਜਿਹੜੇ ਵਾਹਿਗੁਰੂ ਨੂੰ ਯਾਦ ਕਰਦੇ ਹਨ, ਜਿਹੜੇ ਸਦਾ ਹੀ ਸਿਮਰਦੇ ਰਹਿੰਦੇ ਆ ਤੇ ਵਾਹਿਗੁਰੂ ਦੇ ਪਿਆਰੇ ਬਣ ਜਾਂਦੇ ਆ, ਜਿਨ੍ਹਾਂ ਦੀ ਰੱਖਿਆ ਫਿਰ ਇੱਕ ਸਵਾਸ ਨਾਲ ਵਾਹਿਗੁਰੂ ਜਿਹੜਾ ਆਪ ਕਰਦਾ। ਫਿਰ ਜਿਹੜੇ ਭਗਤ ਹੁੰਦਾ ਉਹਨਾਂ ਦੀ ਰੱਖਿਆ ਵੀ ਪਰਮੇਸ਼ਰ ਆਪ ਕਰਦਾ ਹੈ। ਜਿਵੇਂ ਆਪਾਂ ਪੜ੍ਹਦੇ ਨਾ, ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆ ਰਾਮ ਰਾਜੀ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਕਲਾਇਆ, ਜਦ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਫਿਰ ਉਹ ਸਾਸ ਪ੍ਰਤਿਪਾਲਦਾ ਪਰਮੇਸ਼ਰ, ਫਿਰ ਰੱਖਿਆ ਕਰਦਾ ਹਰ ਜਗ੍ਹਾ ਦੇ ਉੱਤੇ। ਆਪਣੇ ਜਨ ਕੋ ਸਾਸ ਸਮਾਰੇ, ਨਾਨਕ ਹੋਏ ਪਰਮੇਸ਼ਰ ਕੇ ਪਿਆਰੇ। ਉਹ ਮਨੁੱਖ ਪਰਮੇਸ਼ਰ ਦੇ ਪਿਆਰੇ ਹਨ ਜਿਨ੍ਹਾਂ ਦੀ ਰੱਖਿਆ ਪਰਮੇਸ਼ਰ ਕਰਦਾ। ਤੇ ਪਿਆਰੇ ਬਣਨ ਦੇ ਵਾਸਤੇ ਮਾਰੇ ਕਹਿੰਦੇ ਆ ਨਾਮ ਗੁਣ ਗਾਉਣੇ ਪੈਣੇ ਆ, ਆਤਮ ਰਸ ਸੁਖ ਸਹਿਜ ਦੇ ਵਿੱਚ ਸਮਾਉਣਾ ਪਵੇਗਾ। ਤੇ ਜੇ ਨਾਮ ਜਪਾਂਗੇ, ਸਿਮਰਨ ਕਰਾਂਗੇ, ਫਿਰ ਉਸ ਪਰਮੇਸ਼ਰ ਦੇ ਪਿਆਰੇ ਬਣ ਸਕਾਂਗੇ। ਉਹ ਤਾਂ ਗੱਲਾਂ ਦੇ ਨਾਲ ਪਰਮੇਸ਼ਰ ਦੇ ਪਿਆਰੇ ਨਹੀਂ ਬਣਿਆ ਜਾਣਾ। ਤੇ ਜਿਹੜੇ ਨਾਮ ਜਪਣਗੇ, ਬੰਦਗੀ ਕਰਨਗੇ, ਉਹ ਪਰਮੇਸ਼ਰ ਦੇ ਪਿਆਰੇ ਹੋਣਗੇ। ਤੇ ਫਿਰ ਵਾਹਿਗੁਰੂ ਉਹਨਾਂ ਦੀ ਰੱਖਿਆ ਕਰਦਾ। ਸਾਸ ਦੇ ਨਾਲ ਜਿਹੜੀ ਵੀ ਇੱਛਾ ਮਨ ਦੀ ਹੁੰਦੀ ਹੈ ਉਹੀ ਪਰਮੇਸ਼ਰ ਪੂਰੀ ਕਰ ਦਿੰਦਾ। ਫਿਰ ਮਨ ਦੇ ਵਿੱਚ ਇੱਛਾ ਕੋਈ ਜਾਗਦੀ ਨਹੀਂ ਹੈ ਤੇ ਫਿਰ ਕੋਈ ਕਿਸੇ ਤਰ੍ਹਾਂ ਦੀ ਕੋਈ ਇੱਛਾ ਰਹਿੰਦੀ ਨਹੀਂ ਹੈ। ਫਿਰ ਉਸ ਮਨੁੱਖ ਦੀ ਜਿਹੜਾ ਪਰਮੇਸ਼ਰ ਦਾ ਪਿਆਰਾ ਹੋ ਜਾਂਦਾ ਹੈ, ਕਿਉਂਕਿ ਉਹਨੂੰ ਵਿਆਪਕਤਾ ਸਾਰੇ ਪਾਸੇ ਪਰਮੇਸ਼ਰ ਹੀ ਦਿਖਦਾ ਹੈ। ਜਗਤ ਝੂਠ ਲੱਗਣ ਲੱਗ ਪੈਂਦਾ ਹੈ। ਫਿਰ ਉਹ ਹਰ ਜਗ੍ਹਾ ਦੇ ਉੱਤੇ ਪਰਮੇਸ਼ਰ ਨੂੰ ਦੇਖਦਾ, ਪਰਮੇਸ਼ਰ ਵੀ ਫਿਰ ਉਹਦੇ ਅੰਗ ਸੰਗ ਹੋ ਜਾਂਦਾ ਹੈ। ਸੋ ਸਾਧ ਸੰਗਤ, ਇੱਥੇ 10 ਵਸਤੂਪਦੀਆਂ ਸੰਪੂਰਨ ਹੁੰਦੀਆਂ। ਇੱਥੇ ਆਪਾਂ ਸਮਾਪਤੀ ਕਰਦੇ ਹਾਂ। ਤੇ ਆਪ ਜੀ ਨੇ ਜੇ ਹੁਣ ਕੁਝ ਪੁੱਛਣਾ ਤੇ ਮਾਈਕ ਔਨ ਕਰਕੇ ਪੁੱਛ ਸਕਦੇ ਹੋ, ਉਪਰੰਤ ਆਪਾਂ ਫਿਰ ਸਮਾਪਤੀ ਕਰੀਏ। ਹਾਂਜੀ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਠੀਕ ਹੈ ਵਾਹਿਗੁਰੂ ਜੀ। ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੋ ਆਪ ਜੀ ਹਰ ਰੋਜ਼ ਜੁੜ ਕੇ ਗੁਰਬਾਣੀ ਦਾ ਇਤਿਹਾਸ ਦਾ ਲਾਹਾ ਲੈਂਦੇ ਹੋ। ਇਸੇ ਤਰ੍ਹਾਂ ਆਪ ਜੀ ਨੇ ਜੁੜਦੇ ਰਹਿਣਾ। ਇੱਥੇ ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।